क्षमादान। सो रेडियो पंजाब टुडे ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਤੇ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 27/21 ਤੇ ਸਮਾਂ ਜੀ ਸ਼ਾਮ ਦੇ 6:30। ਮਾਫੀ ਚਾਹੁੰਦਾ, ਮੇਰਾ ਧਿਆਨ ਹੋਰ ਪਾਸੇ ਹੋ ਗਿਆ ਸੀ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ, ਜਿਹੜੀ ਸੈਟਲ ਏਰੀਆ ਵਿੱਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਅਕਾਲ ਟਰੱਕ ਐਂਡ ਟ੍ਰੇਲਰ ਹੁਣ ਆਪਣੀ ਨਵੀਂ ਲੋਕੇਸ਼ਨ 'ਤੇ ਸ਼ਿਫਟ ਹੋ ਗਏ ਨੇ ਜੀ। 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ। ਇੱਥੇ ਤੁਹਾਨੂੰ ਕੁਇਕ ਟਰੱਕ ਲੀਵ ਦੇ ਨਾਲ ਨਾਲ ਵਾਸ਼ ਅਤੇ ਪਾਰਕਿੰਗ ਦੀ ਸਹੂਲਤ ਵੀ ਮਿਲਦੀ ਹੈ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਸੋ ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 4034049501 4034049501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Seco Immigration Services, California Immigration Consultant, registered ਅਤੇ bonded, immigration assistance ਦੇ ਨਾਲ citizenship, work permit, process service, OCI card, family petition, Indian passport, Indian visa ਅਤੇ notary public ਲਈ ਸੰਪਰਕ ਕਰੋ। Seco Immigration Services, Gurcharan Seco, 22693 Hesperian Boulevard, Suite 250, Hayward, California. Call 510-200-9988। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 engines, international ਅਤੇ automatic transmissions। 5 ਸਾਲ ਦਾ Freightline dealership ਦਾ experience। ਇਹ ਇੰਜਨ, ਟਰੱਕ, ਟ੍ਰੇਲਰ, AC, electrical, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। Certified 90-day DOT inspection ਅਤੇ Certified annual federal DOT inspection ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਜ਼ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਲਾਈਵ ਜੁੜੇ ਹੋਏ ਹੋ ਮੇਰੇ ਨਾਲ। ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਅੱਜ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਬਾਰ ਸਾਹਿਬ ਪੁੱਜੇ। ਕੋਈ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੱਸ ਰਿਹਾ, ਪਰ ਮੈਨੂੰ ਨਹੀਂ ਲੱਗਦਾ ਕੋਈ ਦਰਬਾਰ ਸਾਹਿਬ ਜਾਏਗਾ ਅਤੇ ਉੱਥੇ ਸ਼ਕਤੀ ਪ੍ਰਦਰਸ਼ਨ ਕਰੇਗਾ। ਨਿਵਾਣਾ ਸਿੱਖ ਹੋ ਕੇ ਨਿਉ ਕੇ ਜਾਏਗਾ। ਪਰ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਪਤਾ ਨਹੀਂ ਕਿਉਂ ਸਰੂਪਾ ਨਹੀਂ ਦਿੱਤਾ। ਇਹੋ ਜਿਹੀ ਕੀ ਇੱਕ ਗੱਲ ਹੋ ਗਈ ਸ਼੍ਰੋਮਣੀ ਕਮੇਟੀ ਦੀ? ਕੀ ਸਿੱਧੂ ਨਾਲ ਨਾਰਾਜ਼ਗੀ ਹੈ? ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਆ ਜੀ, ਦਰਬਾਰ ਸਾਹਿਬ ਉਹਨੇ ਜਾਹੋ ਜਲਾਲ ਨਾਲ, ਮਤਲਬ ਉਹਨੇ ਜਾਹੋ ਜਲਾਲ ਇਹ ਨਹੀਂ ਵੀ ਬੜੇ ਧੂਮ ਧੜਕੇ ਜਿਹੜੇ ਉਹਦੇ ਘਰ ਢੋਲ ਧਮਕੇ ਵਜੇ ਉਹ ਤੇ ਵੱਜਣੇ ਸੀਗੇ, ਲੇਕਿਨ ਉਸ ਤੋਂ ਬਾਅਦ ਢੋਲ ਧਮਕੇ ਬੰਦ ਜੀ। ਇੱਕ ਨਿਮਾਣੇ ਸਿੱਖ ਵਜੋਂ 2 ਵੋਲਵੋ ਬੱਸਾਂ ਭਰ ਕੇ ਜਿੰਨੇ ਐਮਐਲਏ ਸੀ ਕਹਿੰਦੇ ਨੇ ਕਿ 60 ਤੋਂ ਉੱਪਰ 62 ਤੋਂ ਉੱਪਰ ਵਧੇਰੇ ਐਮਐਲਏ ਨਾਲ ਜੀ, 4 ਮੰਤਰੀ ਨਾਲ ਸਨ। ਜੇ ਇੰਨੀ ਵੱਡੀ ਗੱਲ ਹੋ ਜਾਵੇ 4 ਮੰਤਰੀ ਹੋਣ ਤੇ 60 ਤੋਂ ਉੱਪਰ ਵਧੇਰੇ ਐਮਐਲਏ, ਟੋਟਲ ਐਮਐਲਏ 80 ਨੇ। ਤੇ ਜੇ ਹੁਣ ਕਹਿ ਦਈਏ ਆਪਾਂ ਦੀ ਸਮੁੰਦਰ ਆਪਣਾ ਰਸਤਾ ਬਦਲ ਲੈ ਤੁਸੀਂ ਚੋ ਕਹੀ ਜਾਵੇ ਤੇ ਉਹ ਮੁਸ਼ਕਲ ਹੈ ਨਾ, ਫਿਰ ਗੱਲ ਬਣਦੀ। ਜੇ ਅਜੇ ਵੀ ਕੈਪਟਨ ਸਾਹਿਬ ਕਹੀ ਜਾਂਦੇ ਸਮੁੰਦਰ ਨੇ ਆਪਣਾ ਰਸਤਾ ਬਦਲਿਆ ਤੇ ਚੋ ਆ, ਸਮੁੰਦਰ ਨਹੀਂ ਹੈਗਾ ਜੀ। ਇਸ ਕਰਕੇ ਅੱਜ ਸਾਰਾ ਸਮੁੰਦਰ ਲਗਭਗ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ ਗਿਆ ਸੀ। ਅੱਛਾ ਜੀ। ਜਦੋਂ ਕਰੋਨਾ ਦੀ ਗੱਲ ਚੱਲੀ ਸੀ ਕਹਿੰਦੇ ਸੀ ਵੀ ਜੇ 75 ਤੋਂ 75% ਰਿਕਵਰੀ ਹੋ ਜਾਏ ਸਮਝ ਲਓ ਵੀ ਸਭ ਠੀਕ ਠਾਕ ਆ ਜੀ ਜੀ। ਇਸੇ ਤਰ੍ਹਾਂ ਹੀ ਇੱਥੇ 75% ਤੋਂ ਵੱਧ ਐਮਐਲਏ ਸਿੱਧੂ ਦੇ ਘਰ ਪਹੁੰਚੇ ਤੇ ਉਹ ਵੀ ਲੋਕ ਪਹੁੰਚੇ ਜਿਹੜੇ ਕੱਲ ਜੇ ਕੈਪਟਨ ਅਮਰਿੰਦਰ ਸਿੰਘ ਨੇ ਆਪ ਸ਼ਾਮਲ ਕਰਾਏ ਸੀ। ਪਿਰਮਲ ਸਿੰਘ ਖਾਲਸਾ ਤੇ ਜਗਦੀਪ ਸਿੰਘ ਕਮਾਲੂ ਜੀ, ਨਾਜਰ ਸਿੰਘ ਮਾਨਸੀ ਵੀ ਪੁੱਜੇ ਉਹਦੇ ਵਿੱਚ। ਬੜੇ ਅੱਗੇ ਅੱਗੇ ਫੋਟੋਆਂ ਲਵਾ ਰਹੇ ਸੀ। ਮੇਰਾ ਕਹਿਣ ਤੋਂ ਭਾਵ ਆ ਵੀ ਸਵੇਰ ਤੋਂ ਹੀ ਅੱਜ ਉਹਨਾਂ ਦੇ ਘਰ ਦੇ ਵਿੱਚ ਵੱਡੀ ਗਿਣਤੀ ਵਿੱਚ ਐਮਐਲਏ ਤੇ ਮੰਤਰੀ ਤੇ ਸਾਬਕਾ ਜਿਹੜੇ ਮੰਤਰੀ ਵਿਧਾਇਕ ਸੀ ਪੁੱਜਣੇ ਸ਼ੁਰੂ ਹੋ ਗਏ ਜੀ। ਤੇ ਇਹਨਾਂ ਦੀ ਸਾਰੀ ਕਮਾਂਡ ਸੰਭਾਲੀ ਸੀ ਇਹਨਾਂ ਦੇ ਪੁਰਾਣੇ ਦੋਸਤ ਕਿਸਮ ਦੇ ਖੈਬਰ ਦੇ ਵੀ ਆਪਸ ਵਿੱਚ ਰਿਹਾ, ਉਹ ਹੈਗੇ ਨੇ ਸਾਡੇ ਬਲਾਰੀਆ ਸਾਹਿਬ ਜੀ, ਸਾਊਥ ਤੋਂ ਵਿਧਾਇਕ ਨੇ। ਉਹਨਾਂ ਸਾਰਾ ਬੰਦੋਬਸਤ ਕੀਤਾ। ਉੱਥੇ ਤੰਦੂਰ ਚੱਲਦੇ ਸੀ, ਪ੍ਰਸ਼ਾਦੇ ਬਣੇ ਸੀ, ਚਾਹਾਂ ਚੱਲਦੀਆਂ ਸੀ। ਉੱਥੇ ਉਹਨਾਂ ਨੇ ਇੱਕ ਮਤਾ ਵੀ ਪਾਸ ਕੀਤਾ ਜੀ। ਸਾਰੇ ਵਿਧਾਇਕਾਂ ਨੇ ਇੱਕ ਵੱਖਰੇ ਬੈਠ ਕੇ ਮਤਾ ਪਾਸ ਕੀਤਾ ਵੀ ਵੇਖੋ ਜਿੱਦਾਂ ਅੱਜ ਆਪਾਂ ਇਕੱਠੇ ਆ ਏਦਾਂ ਹੀ ਸਿੱਧੂ ਸਾਹਿਬ ਦਾ ਹੁਣ ਸਾਥ ਦੇਣਾ ਆਪਾਂ ਇਕੱਠੇ ਹੋ ਕੇ। ਇਹ ਚੋਂ ਛੱਡ ਕੇ ਨਾ ਕੋਈ ਜਾਵੇ ਜੀ, ਜਿਹੜਾ ਛੱਡ ਕੇ ਜਾਊ ਗਦਾਰ ਖਵਾਊ। ਇਸ ਕਰਕੇ ਸਿੱਧੂ ਸਾਹਿਬ ਨੇ ਕੱਲ ਜਦੋਂ ਉਹ ਗਏ ਸੀ, ਤੁਹਾਨੂੰ ਪਤਾ ਹੋਏਗਾ ਜਦੋਂ ਉਹ ਆ ਰਹੇ ਸੀ ਤੇ ਉਹਨਾਂ ਦੇ ਰਸਤੇ ਦੇ ਵਿੱਚ ਸੱਟ ਲੱਗੀ ਸੀ ਪੈਰ ਦੇ ਉੱਤੇ। ਹਾਂਜੀ ਹਾਂਜੀ। ਸੱਜੇ ਪੈਰ ਦੇ ਗੂਠੇ ਦਾ ਜਿਹੜਾ ਸੀ ਨਹੁੰ ਉਤਰ ਗਿਆ ਸੀਗਾ, ਲੇਕਿਨ ਫਿਰ ਵੀ ਉਹਨਾਂ ਆਪਣੀ ਜੰਗ ਜਾਰੀ ਰੱਖੀ। ਉਹ ਲੋਕਾਂ 'ਚ ਵਿਚਰਦੇ ਰਹੇ, ਕੱਪੜੇ ਭੇਜੇ ਸੀ। ਜਿਹੜਾ ਕਾਫੀ ਕਲਰ ਦਾ ਕੁੜਤਾ ਪਜਾਮਾ ਕੱਲ ਪਾਇਆ ਸੀ, ਪੱਗ ਬੱਧੀ ਸੀ, ਉਸੇ ਰੰਗ ਦੇ ਅੱਜ ਕੱਪੜੇ ਪਾਏ ਸੀ। ਸ਼ਾਇਦ ਹੋ ਸਕਦਾ ਕਿਸੇ ਪੰਡਤ ਨੇ ਦੱਸਿਆ ਹੋਵੇ, ਕੋਈ ਪਤਾ ਨਹੀਂ, ਕਿਉਂਕਿ ਧਾਗੇ ਧੁਗੇ ਬੰਨ੍ਹਦੇ ਨੇ, ਧਾਗੇ ਧੁਗੇ ਬਥੇਰੇ ਪਾ ਕੇ ਰੱਖਦੇ ਨੇ। ਇਸ ਕਰਕੇ ਸਿੱਧੂ ਸਾਹਿਬ ਜਦੋਂ ਦਰਬਾਰ ਸਾਹਿਬ ਗਏ ਨੇ ਬੜੀ ਗਰਮਜੋਸ਼ੀ ਨਾਲ ਗਏ ਨੇ, ਨਿਮਾਣੇ ਬਣ ਕੇ ਮੱਥਾ ਟੇਕਿਆ ਵਾ। ਮੱਥਾ ਟੇਕਣ ਤੋਂ ਬਾਅਦ ਦਰਬਾਰ ਸਾਹਿਬ ਅੰਦਰ ਜਾ ਕੇ ਪ੍ਰਸ਼ਾਦ ਵੀ ਕਰਾਇਆ ਵਾ, ਮੱਥਾ ਵੀ ਟੇਕਿਆ। ਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਇੱਥੇ ਮੱਥਾ ਟੇਕਿਆ ਉਹਨਾਂ ਜੀ। ਪਹਿਲੀ ਗੱਲ ਤੇ ਉਹ ਇਨਫੋਰਮੇਸ਼ਨ ਆਫਿਸ ਗਏ ਨਹੀਂ। ਜੇ ਇਨਫੋਰਮੇਸ਼ਨ ਆਫਿਸ ਜਾਂਦੇ ਤੇ ਸ਼ਾਇਦ ਬੀਬੀ ਜਗੀਰ ਕੌਰ ਇੰਨਾ ਕੁ ਜੇਰਾ ਕਰ ਜਾਂਦੀ ਵੀ ਚਲੋ ਦੇ ਦਿਓ ਸਰੂਪਾ, ਕੋਈ ਗੱਲ ਨਹੀਂ। ਉਹ ਤਾਂ ਗੁਰੂ ਘਰ ਦੇਣਾ ਹੀ ਇਨਫੋਰਮੇਸ਼ਨ ਸੈਂਟਰ ਦਾ ਇੱਕ ਜੁਦਾ ਗੱਲ ਹੈ ਨਾ ਜੀ। ਨਹੀਂ ਬਿਲਕੁਲ ਤੁਹਾਡੀ ਗੱਲ ਗਲਤ ਹੈ ਜੀ। ਮੇਰੀ ਗਲਤ ਹੈ ਜੀ? ਬਿਲਕੁਲ। ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਇੱਕ ਮਤਾ ਕਰ ਚੁੱਕੀ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਨੂੰ ਸਰੂਪਾ ਨਹੀਂ ਦਿੱਤਾ ਜਾਵੇਗਾ। ਹੁਣ ਦਿੰਦੇ ਨਹੀਂ, ਕਿਸੇ ਨੂੰ ਵੀ ਨਹੀਂ ਦਿੰਦੇ? ਵੱਡੇ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ? ਮੈਂ ਤੁਹਾਨੂੰ ਦੱਸਦਾ। ਹਾਂਜੀ।
ਜਦੋਂ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਬਣੇ ਸੀ ਉਹਨਾਂ ਆਪ ਕਹਿਤਾ ਸੀ ਮੈਂ ਸਰੂਪਾ ਨਹੀਂ ਲੈਣਾ ਅੰਦਰੋਂ, ਕਿਉਂਕਿ ਇਹ ਮਤਾ ਹੋਇਆ ਖੜਾ SGPC ਦਾ। ਪਰ ਉਦੋਂ ਬਾਅਦ ਚੱਲਦਾ ਰਿਹਾ, ਬਿਲਕੁਲ ਚੱਲਦਾ ਰਿਹਾ। ਉਹ ਤੇ ਘਰ ਦੀ ਗੱਡੀ ਤੇ ਗੱਡਾ ਹੋ ਗੜ ਜੋ ਮਰਜ਼ੀ ਕਰੀ ਜਾਓ ਤੁਸੀਂ। ਭਾਈ ਬਲਬੀਰ ਸਿੰਘ ਜੀ ਨੇ ਬੈਠੇ ਜਿਹੜੇ ਸਿੰਘ ਸਾਹਿਬ ਬੈਠੇ ਜਿਹੜੇ ਗ੍ਰੰਥੀ ਬੈਠੇ ਸੀ ਤਾਬੇ ਨੂੰ ਪੁੱਛ ਕੇ ਕਿਹਾ ਸੀ ਵੀ ਬਾਦਲ ਜਿਹੜਾ ਇਹ ਬਰਗਾੜੀ ਕਰਨ ਦਾ ਦੋਸ਼ੀ ਆ ਤੇ ਇਹਨੂੰ ਸਰੂਪਾ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ। ਉਹਨੇ ਕਿਹਾ ਸੀ ਤੂੰ ਆਪਣੀ ਮਰਜ਼ੀ ਕਰ, ਤੇ ਭਾਈ ਬਲਬੀਰ ਸਿੰਘ ਅਰਦਾਸੀ ਨੇ ਸਰੂਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਜੀ। ਤੇ ਬਾਦਲ ਸਾਹਿਬ ਨੇ ਉਦੋਂ ਕਿਹਾ ਸੀ ਮੈਂ ਸਰੂਪਾ ਲੈਣ ਥੋੜੀ ਗਿਆ ਸੀ, ਮੈਂ ਮੱਥਾ ਟੇਕਣ ਗਿਆ ਸੀ। ਅੱਛਾ ਜੀ। ਲੇਕਿਨ ਜਿਹੜੀ ਹਾਲਤ ਬਲਬੀਰ ਸਿੰਘ ਦੀ ਮੁੜ ਕੇ ਕੀਤੀ ਸੀ ਉਹ ਸਾਰਿਆਂ ਨੂੰ ਪਤਾ ਹੀ ਹੈ। ਬੇਸਿਕਲੀ ਧਮਧਾਨ ਸਿੰਘ ਜਿਹੜਾ ਗੁਰਦੁਆਰਾ ਬੜਾ ਸਤਿਕਾਰਯੋਗ ਗੁਰਦੁਆਰਾ, ਲੇਕਿਨ SGPC ਵਾਲੇ ਉਹਨੂੰ ਕਹਿੰਦੇ ਜੀ ਇਹ ਕਾਲੇ ਪਾਣੀ ਦੀ ਸਜ਼ਾ, ਜਿਹਨੂੰ ਬਦਲੀ ਕਰੀ ਧਮਧਾਨ ਸਿੰਘ। ਗੁਰੂ ਘਰ ਵੀ ਕੋਈ ਕਾਲੇ ਪਾਣੀ ਹੁੰਦਾ? ਮੈਨੂੰ ਤਾਂ ਹਜੇ ਤੱਕ ਨਹੀਂ ਸਮਝ ਇਹ ਕਹਿੰਦੇ ਆ ਨਾ, ਇਹ ਕਹਿੰਦੇ ਨਾ। ਇਹਦੇ ਕਰਕੇ ਹੁਣ ਹੋਰ ਵੀ ਜਗ੍ਹਾ ਹੈਗੀਆਂ, ਇੱਕ ਇਹਨਾਂ ਦੇ ਹਾਪੜ ਹੈਗੀ, ਇੱਕ ਮੱਧ ਪ੍ਰਦੇਸ਼ ਸੀਗਾ, ਉਦੋਂ ਵੀ ਦੂਰ ਬਦਲੀ ਕਰ ਦਿੰਦੇ ਹੁਣ। ਅੱਛਾ ਜੀ। ਹੁਣ ਭਾਈ ਬਲਬੀਰ ਸਿੰਘ ਉਹ ਵਿਅਕਤੀ ਆ ਜਿਹਨੇ ਆਪਣੀ ਕਰੋੜਾਂ ਦੀ ਜਾਇਦਾਦ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੇ ਨਾਲ ਲਵਾ ਦਿੱਤੀ। ਉਹਨੇ ਕਿਹਾ ਜੀ ਮੇਰੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਜਿਹੜੀ ਮੇਰੀ ਉਹ ਸ਼੍ਰੋਮਣੀ ਕਮੇਟੀ ਬਕਾਇਦਾ ਤੌਰ ਤੇ ਵਸੀਅਤ ਕਰ ਦਿੱਤੀ ਜੀ। ਉਸ ਭਾਈ ਬਲਬੀਰ ਸਿੰਘ ਨੇ ਜਿਹਨੂੰ ਤੁਸੀਂ ਜਿਹੜਾ ਸੀ ਦਰ ਦਰ ਭਟਕਣ ਲਈ ਮਜਬੂਰ ਕੀਤਾ ਸੀ ਜੀ। ਹੁਣ ਜਿਹੜੀ ਗੱਲ ਆਪਾਂ ਚੱਲਦੀ ਸਰੂਪੇ ਦੀ, ਇਸ ਕਰਕੇ ਸਰੂਪਾ ਮਿਲਦਾ ਉੱਥੇ ਧੱਕੇ ਨਾਲ, ਉੱਥੇ ਮਿਲਦਾ ਬਾਦਲ ਪਰਿਵਾਰ ਨੂੰ। ਤੁਸੀਂ ਚਲੋ ਤੁਹਾਨੂੰ ਕਹਿ ਦੇਣਗੇ ਨਹੀਂ ਜੀ ਇਹ ਮਤਾ ਹੋਇਆ ਜੀ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਦੋਂ ਕਾਂਗਰਸ ਦਾ ਮੰਤਰੀ ਬਣ ਕੇ ਗਿਆ ਸੀ ਆਪਣੇ ਰਾਮੂਵਾਲੀਆ ਸਾਹਿਬ ਜੀ, ਤੇ ਉਹਨੂੰ ਕਹਿਤਾ ਸੀ ਤੂੰ ਦਾੜੀ ਰੰਗਦਾ ਵਾ, ਤੇ ਇੱਕ ਦਿਨ ਪਹਿਲਾਂ ਦਾੜੀ ਕੱਟਿਆਂ ਵਾਲਿਆਂ ਤੇ ਘੋਨਿਆਂ ਮੈਨੂੰ ਰੁਪਏ ਦਿੱਤੇ ਗਏ ਸੀ। ਇਸ ਕਰਕੇ ਉਹ ਜਗੀਰ ਜਿਹਦੀ ਹੈਗੀ ਹੈ ਤੁਹਾਨੂੰ ਪਤਾ, ਉੱਥੇ ਜਗੀਰ ਦੇ ਹਿਸਾਬ ਨਾਲ ਰੁਪਏ ਵੰਡੇ ਜਾਂਦੇ ਆ। ਉਹ ਅਕਾਲ ਤਖਤ ਤੇ ਵੀ ਗਏ, ਉੱਥੇ ਵੀ ਮੱਥਾ ਟੇਕਿਆ, ਕੋਈ ਸਰੂਪੇ ਦੀ ਗੱਲ ਨਹੀਂ ਚੱਲਦੀ। ਲੇਕਿਨ ਦੁਰਗਿਆਨਾ ਕਮੇਟੀ ਜੀ, ਜਿਹਨੂੰ ਲਕਸ਼ਮੀ ਨਾਰਾਇਣ ਦਾ ਮੰਦਿਰ ਕਹਿੰਦੇ, ਜਦੋਂ ਉੱਥੇ ਗਏ ਉੱਥੇ ਫਿਰ ਗਰਮ ਜੋਤੀ ਦਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਨੂੰ ਉੱਥੇ ਸਰੂਪਾ ਵੀ ਦਿੱਤਾ ਗਿਆ ਤੇ ਉਹਨਾਂ ਨੂੰ ਮੰਦਿਰ ਦੀ ਇੱਕ ਤਸਵੀਰ ਵੀ ਭੇਟ ਕੀਤੀ ਗਈ ਜੀ। ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਇਹ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਇੱਕ ਟਵੀਟ ਕੀਤਾ ਜੀ। ਟਵੀਟ ਲਿਖਿਆ ਬਦਲਾਅ ਦੀ ਹਵਾ ਲੋਕਾਂ ਦੀ ਜੀ, ਬਦਲਾਅ ਦੀ ਹਵਾ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਲਈ ਹੁੰਦੀ ਹੈ। ਉਹਨਾਂ ਕਿਹਾ ਪੰਜਾਬ ਦਾ ਕਲਿਆਣ ਹੀ ਉਹਨਾਂ ਦਾ ਕਲਿਆਣ ਹੈ ਤੇ ਪੰਜਾਬ ਦੇ ਕਲਿਆਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਜੀ। ਉਹਨਾਂ ਮੱਥਾ ਟੇਕਣ ਤੋਂ ਬਾਅਦ ਉਹ ਭਗਵਾਨ ਵਾਲਮੀਕ ਦੇ ਆਸ਼ਰਮ ਜਿਹੜਾ ਹੈਗਾ ਵਾ ਰਾਮਤੀਰਥ, ਉੱਥੇ ਵੀ ਗਏ ਨੇ। ਗੁੱਡ ਜੀ। ਉੱਥੇ ਵੀ ਜਾ ਕੇ ਮੱਥਾ ਟੇਕਿਆ, ਉੱਥੋਂ ਵੀ ਆਸ਼ੀਰਵਾਦ ਲਿਆ ਜਾ ਕੇ ਉਹਨਾਂ ਨੇ। ਮਤਲਬ ਧਾਰਮਿਕ ਤੌਰ ਤੇ ਉਹਨਾਂ ਸਾਰੀਆਂ ਜਿਹੜੀਆਂ ਸੀ ਉਹ ਆਪਣੀਆਂ ਰੀਤਾਂ 'ਚ ਕੀਤੀਆਂ ਨੇ। ਲੇਕਿਨ 2 ਗੱਡੀਆਂ ਉਹ ਜਿਹੜੇ MLA ਸੀ ਨਾਲ ਸਾਰੇ ਨਾਲ ਸਨ ਜੀ। ਹੁਣ ਤੁਹਾਨੂੰ ਪਤਾ ਹੋਏਗਾ ਵੀ ਕਿਸੇ ਵਿਅਕਤੀ ਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਨੂੰ ਕਿਹਾ ਸੀ ਵੀ ਤੁਸੀਂ ਆ ਜਾਓ ਜੀ। ਉਹਨੇ ਕਿਹਾ ਸੀ ਬਿਲਕੁਲ, ਸਿੱਧੂ ਨੇ ਤਾਂ ਕਿਹਾ ਨਹੀਂ, ਲੇਕਿਨ ਸਿੱਧੂ ਨੇ ਇਸ ਕਰਕੇ ਨਹੀਂ ਟਵੀਟ ਕੀਤਾ ਜਾਂ ਕਿਹਾ ਵੀ ਜੇ ਮੈਂ ਕਹਿਤਾ ਤੇ ਉਹਨੇ ਕਹਿੰਦੇ ਵੇਖਿਆ ਤਰਲੇ ਲੈਂਦਾ ਫਿਰਦੇ ਮੇਰੇ ਸਾਡੇ ਕੋਲੇ। ਇਸ ਕਰਕੇ ਉਹਨਾਂ ਨੇ ਨਹੀਂ ਕਿਹਾ। ਲੇਕਿਨ ਅੱਜ ਦੀ ਜਿਹੜੀ ਡੇਟ ਆ ਮੈਨੂੰ ਲੱਗਦਾ ਵੀ ਇੰਝ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਵੇਲੇ ਵੀ ਛੁੱਟੀ ਹੋ ਸਕਦੀ ਜੀ, ਜੋ ਅੱਜ ਦੇ ਹਾਲਾਤ ਬਣੇ ਪਏ ਨੇ। ਹੁਣ ਵੇਖੋ ਨਾ, ਸੋਨੀਆ ਗਾਂਧੀ ਨੇ ਕਹਿਤਾ ਭਾਈ ਤੁਸੀਂ ਆਪਣੇ ਤਰੀਕੇ ਨਾਲ ਆਪਣਾ ਕੰਮ ਚਲਾਓ ਜੀ। ਸੁਖਜਿੰਦਰ ਸਿੰਘ ਰੰਧਾਵਾ ਨੇ ਬ੍ਰਹਮ ਮਹਿੰਦਰਾ ਦੀ ਤੱਪੜ ਝੜੀ ਟਿਕਾ ਕੇ ਕੀਤੀ ਅੱਜ। ਉਹਨੇ ਕਿਹਾ ਉਹਦਾ ਬਿਆਨ ਪੜ੍ਹ ਸੁਣ ਕੇ ਬੜਾ ਦੁੱਖ ਹੋਇਆ ਵਾ। ਉਹਨੇ ਕਿਹਾ ਸਾਡੇ ਪਰਿਵਾਰ ਦਾ ਤੇ ਇਹਨਾਂ ਦੇ ਪਰਿਵਾਰ ਦਾ 1972 ਦੇ ਸੰਬੰਧ ਨੇ ਜੀ ਐਜ ਏ ਕਾਂਗਰਸੀ। ਤੇ ਬ੍ਰਹਮ ਮਹਿੰਦਰਾ ਦੀ ਕੋਠੀ ਤੇ ਕੈਪਟਨ ਸਿੰਘ ਦਾ ਮਨ 150 ਗਜ ਦੀ ਦੂਰੀ ਤੇ ਦੋਵਾਂ ਦੇ 36 ਦਾ ਅੰਕੜਾ ਸੀਗਾ। ਬੜਾ ਰਿਹਾ ਜੀ ਉਦੋਂ। ਪਹਿਲਾਂ ਤਾਂ ਜਦੋਂ ਇਹਨਾਂ ਨੂੰ ਇੱਥੋਂ ਤੱਕ ਹਾਰੇ ਆ, ਜਦੋਂ ਉਦੋਂ ਬ੍ਰਹਮ ਮਹਿੰਦਰਾ ਕਹਿੰਦਾ ਹੁੰਦਾ ਮੈਨੂੰ ਹਰਾਤਾ, ਜਦੋਂ ਰਖੜਾ ਸਾਹਿਬ ਬਣੇ ਨੇ ਪਟਿਆਲਾ ਦਿਹਾਤੀ ਤੋਂ। ਹਾਂਜੀ। ਹੁਣ ਉਹਦੇ ਵਿੱਚ ਵੇਖੋ ਇਹਨਾਂ ਕਿਹਾ ਵੀ ਦੋਵਾਂ ਜਿਹੜੇ ਪਰਿਵਾਰ ਸੀ ਇਹਨਾਂ ਦੇ ਵਿੱਚ ਮੈਂ ਪੁਲ ਬਣ ਕੇ ਇਹਨਾਂ ਦਾ ਰਾਜੀਨਾਮਾ ਕਰਾਇਆ ਜੀ। ਤੇ ਬ੍ਰਹਮ ਮਹਿੰਦਰਾ ਨੂੰ ਚਾਹੀਦਾ ਸੀ ਬਿਆਨ ਦੇਣ ਤੋਂ ਜਿਹੜਾ ਸੀ ਪਹਿਲਾਂ 10 ਵਾਰੀ ਸੋਚਤੇ ਹੋਣੀ ਵੇਲੇ ਮੁੜ ਵਿਚਾਰ ਕਰਨੇ ਚੰਗੇ ਰਹਿਣਗੇ। ਇਹ ਬਿਆਨ ਉਹਨਾਂ ਹਜ਼ਮ ਨਹੀਂ ਹੁੰਦਾ ਜਿਹੜੀ ਗੱਲ ਉਹਨਾਂ ਕੀਤੀ ਹੈ ਜੀ।
ਅਸੀਂ ਤੇ ਬਾਕੀ ਸਭ ਠੀਕ ਕਰਨ ਨੂੰ ਫਿਰਦੇ ਆ ਤੇ ਇਹਨਾਂ ਨੇ ਜਿਹੜਾ ਇਹ ਗੱਲ ਕਰਤੀ ਹੈ। ਬਾਕੀ ਵੇਖੋ ਜਿਹੜੇ ਸਾਡੇ ਉਹਨਾਂ ਨੇ ਵੀ ਗੱਲ ਕਹਿਤੀ ਹੈ। ਉਹਨਾਂ ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਹੋਮੇ ਛੱਡਣ ਜੀ, ਨਾਲ ਉਹਨਾਂ ਕਹਿਤਾ ਵੀ ਪ੍ਰਤਾਪ ਸਿੰਘ ਬਾਜਵਾ ਨੇ ਕਿੰਨੇ ਪੱਤਰ ਲਿਖੇ ਇਹਨਾਂ ਨੂੰ, ਜੇ ਉਹਨਾਂ ਨਾਲ ਉਹਦੀ ਚਾਹ ਦੀਆਂ ਚੁਸਕੀ ਦੇ ਸਭ ਕੁਝ ਮਾਫ ਹੋ ਸਕਦਾ ਤੇ ਸੁਖਬੀਰ ਆਪਣੇ ਨਵਜੋਤ ਸਿੰਘ ਸਿੱਧੂ ਨੇ ਸਿਰਫ ਪੰਜਾਬ ਦੀ ਗੱਲ ਕੀਤੀ, ਉਹਨਾਂ ਦੇ ਖਿਲਾਫ ਗੱਲ ਹੀ ਕੋਈ ਨਹੀਂ ਕੀਤੀ। ਉਹਨੇ ਪੰਜਾਬ ਨਾਲ ਜਿਹੜੇ ਵਾਅਦੇ ਕੀਤੇ ਉਹਨਾਂ ਦੀ ਗੱਲ ਕੀਤੀ ਵੀ ਇਹਨਾਂ ਨੂੰ ਪੂਰਾ ਕੀਤਾ ਜਾਵੇ ਜੀ। ਹੁਣ ਕੈਪਟਨ ਜਿਹੜਾ ਬਾਜਵਾ ਸੀ ਉਹਨੇ ਕਿਹਾ ਸੀ 45 ਦਿਨਾਂ ਬਾਅਦ ਜੇ ਕੈਪਟਨ ਅਮਰਿੰਦਰ ਸਿੰਘ ਕੋਈ ਕਾਰਵਾਈ ਨਹੀਂ ਕਰਦੇ ਤੇ ਮੈਂ ਇਹਨਾਂ ਦੇ ਖਿਲਾਫ ਵੀ ਵਿੜ ਦੇਊਂਗਾ ਜੀ। ਲੇਕਿਨ ਚਾਹ ਦੀਆਂ ਚੁਸਕੀਆਂ ਨੇ ਸਭ ਕੁਝ ਖਤਮ ਕਰ ਦਿੱਤਾ। ਜਿਹੜੇ ਸਾਡੇ ਪ੍ਰਗਟ ਸਿੰਘ ਹੋ ਰਹੀਆਂ ਉਹਨਾਂ ਕਹਿਤਾ ਬਿਲਕੁਲ ਕੋਈ ਕਿਸੇ ਕਿਸਮ ਦੀ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ। ਹੁਣ ਸਿੱਧੂ ਸਾਹਿਬ ਜਿਹੜੇ ਉਹ ਸਿੱਧੂ ਨਹੀਂ ਜੀ, ਉਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਜੀ। ਇਸ ਕਰਕੇ ਬਲਵਿੰਦਰ ਸਿੰਘ ਪਾੜਾ ਨੇ ਵੀ ਨਿਕਲ ਕਹੀ ਆ ਵੀ ਜੇ ਸਿੱਧੂ ਸਾਹਿਬ ਮਾਫੀ ਮੰਗਦੇ ਇਹਦਾ ਮਤਲਬ ਫਿਰ ਪ੍ਰਦੇਸ਼ ਕਾਂਗਰਸ ਇੱਕ ਵਿਅਕਤੀ ਕੋਲੋਂ ਮਾਫੀ ਮੰਗ ਰਹੀ ਆ, ਜਿਹੜਾ ਇੱਕ ਵਰਕਰ ਆ। ਹੁਣ ਸੋਨੀਆ ਗਾਂਧੀ ਨੇ ਇੰਨੀ ਗੱਲ ਕਹਿ ਦਿੱਤੀ ਆ ਵੀ ਕਹਿਣ ਤੋਂ ਬਾਅਦ ਮੈਂ ਸਿੱਧੀ ਤੌਰ ਦੇ ਉੱਤੇ ਗੱਲ ਕਹਾਂ ਵੀ ਕੋਈ ਟਿਕਾਉਣ ਵਾਲਾ ਹੈ ਨਹੀਂ, ਲੜਾਉਣ ਵਾਲੇ ਹੀ ਫਿਰਦੇ ਆ ਸਾਰੇ, ਵੀ ਮਾਫੀ ਨਾ ਮੰਗ ਲੈ, ਠੰਡਾ ਨਾ ਹੋ ਜੇ ਕੰਮ। ਕਿਉਂਕਿ ਗੱਲ ਇਹੀ ਹੁੰਦੀ ਹੈ ਵੀ ਗੱਲ ਆਪਾਂ ਕਹਿੰਦੇ ਓਕੇ, ਮੈਨੂੰ ਹੁਣ ਕਈ ਬੰਦੇ ਕਹਿ ਦਿੰਦੇ ਓਕੇ ਜੀ ਗੁਸਤਾਖੀ ਮਾਫ, ਜੇ ਆਪਾਂ ਕਹਿੰਦੇ ਸੌਰੀ ਕਹਿਣਾ, ਅੰਗਰੇਜ਼ਾਂ ਨੇ ਸ਼ਬਦ ਦਿੱਤਾ ਸੀ ਉਹਦੇ 'ਚ ਹੇਟੀ ਨਹੀਂ ਸਮਝਦੇ, ਸੌਰੀ ਕਹਿਤਾ। ਜੇ ਕੋਈ ਕਹਿੰਦੇ ਮਾਫੀ ਮੰਗ ਲਾ, ਮਾਫੀ ਕਹਿਣ ਲੱਗੇ ਸਾਨੂੰ ਐਂ ਲੱਗਦਾ ਜਿਵੇਂ ਸਾਡੇ ਤੋਂ ਸਾਡਾ ਘਰ-ਬਾਰ ਮੰਗ ਲਿਆ ਹੁੰਦਾ ਕਿਸੇ ਨੇ। ਨਹੀਂ ਦੇਖੋ ਗੱਲ ਤੇ ਹਉਮੈ ਦੀ ਹੈ ਜੀ। ਹਾਂ ਗੱਲ ਤਾਂ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲਾਂ ਕਹਿੰਦੇ ਜੀ ਮੇਰਾ ਬੱਚਾ ਵਾ, ਮੇਰਾ ਬੱਚਾ ਵਾ, ਮੇਰਾ ਪੁੱਤਰ ਆ, ਉਹ ਵੀ ਕਹਿੰਦੇ ਰਿਹਾ ਡੈਡੀ ਜੀ ਪੈਰੀ ਪੈਂਦੇ ਆ, ਤੇ ਉਹਦੇ ਤੇ ਬਾਦਲ ਸਾਹਿਬ ਨੇ ਟਿੱਪਣੀ ਵੀ ਕਰਤੀ ਸੀ, ਪਤਾ ਨਹੀਂ ਕਿੰਨੇ ਕੁ ਬਾਪੂ ਤੇ ਮੈਨੂੰ ਬਾਪੂ ਕਹਿੰਦਾ ਹੁੰਦਾ ਸੀ। ਇਸੇ ਕਰਕੇ ਕੈਪਟਨ ਸਾਹਿਬ ਕੋਲੇ ਇਸ ਵੇਲੇ ਭਲਾਈ ਇੱਥੇ ਜੀ ਜਿਹੜੇ ਹਾਲਾਤ ਨੇ, ਹਾਲਾਤਾਂ ਦੇ ਮੁਤਾਬਕ ਕਹਿੰਦੇ ਚੱਲ ਜੋ ਕੀਤਾ ਜੀ ਮੇਰਾ ਪੁੱਤਰ ਫਿਰ ਕੀ ਹੋਇਆ। ਮੈਂ ਤੁਹਾਨੂੰ ਅੱਗੇ ਵੀ ਦੱਸੀ ਉਹਦੀ ਆਪਣੇ ਦੀ ਸੋਨੀ ਸਾਹਿਬ ਦੀ ਤੇ ਭਾਟੀਆ ਸਾਹਿਬ ਦੀ ਐਗਜ਼ਾਮਪਲ ਦਿੰਦਾ ਹੁੰਦਾ ਕਈ ਵਾਰੀ। ਇਸੇ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਉਹ ਵੀ ਠੀਕ ਆ, ਲੇਕਿਨ 23 ਤਰੀਕ ਜਿਹੜੀ ਤਾਜ ਪੋਛੀ ਹੋਣੀ ਹੈ ਸਿੱਧੂ ਸਾਹਿਬ ਦੀ ਜੀ, ਸ਼ੁੱਕਰਵਾਰ ਨੂੰ। ਹਾਂਜੀ, ਤੁਹਾਨੂੰ ਪਤਾ ਹੋਏਗਾ ਵੀ ਅੱਜ ਦੀ ਡੇਟ ਦੇ ਵਿੱਚ ਤਾਜ ਪੋਛੀ ਦੇ ਪਰਸੋਂ ਹੋਣੀ ਹੈ, ਲੇਕਿਨ ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਚੰਡੀਗੜ੍ਹ ਹੈ ਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਦਫ਼ਤਰ ਜਿਹੜੇ ਜਿੰਨੇ ਵੀ ਹੈਗੇ ਆ ਉੱਥੋਂ ਕੈਪਟਨ ਦੀਆਂ ਫੋਟੋ ਬਾਹਰ ਤੇ ਸਿੱਧੂ ਦੀਆਂ ਫੋਟੋ ਅੰਦਰ ਹੋ ਗਈਆਂ ਉੱਥੇ ਜੀ। ਇੱਥੋਂ ਤੱਕ ਗੱਲ ਚਲੀ ਗਈ ਮੁੱਖ ਮੰਤਰੀ ਦੀਆਂ ਲਾਤੀਆਂ ਹੈ ਜੀ। ਬਿਲਕੁਲ ਉੱਥੋਂ ਤੱਕ ਕਿ ਸੋਨੀਆ ਗਾਂਧੀ ਨੇ ਇੰਨੀ ਗੱਲ ਕਹਿਤੀ ਵੀ 23 ਤਰੀਕ ਨੂੰ ਸਮੁੱਚੀ ਲੀਡਰਸ਼ਿਪ ਉਹਦੇ ਵਿੱਚ ਪੁੱਜੇ, ਉਹਦੀ ਤਾਜਪੋਸ਼ੀ ਸਮਾਗਮ 'ਚ ਪੁੱਜੇ। ਹੁਣ ਵੇਖਣਾ ਹੈ ਵੀ ਕਿਹੜਾ ਜਾਂਦਾ ਕਿ ਨਹੀਂ ਜਾਂਦਾ। ਹਾਂਜੀ, ਜੇ ਕੈਪਟਨ ਨਾ ਗਿਆ ਤੇ ਕੈਪਟਨ ਤੇ ਹਾਈ ਕਮਾਂਡ ਦਾ ਜਿਹੜਾ ਵਾ ਹਥੌੜਾ ਚੱਲ ਸਕਦਾ ਤੇ ਇਹਨਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਗਵਾਉਣੀ ਪੈ ਸਕਦੀ ਆ। ਜਿਹੜੇ ਹਾਲਾਤ ਬਣਦੇ ਜਾਂਦੇ ਆ ਜੀ, ਇਸੇ ਕਰਕੇ ਉਹਨਾਂ ਕੋਲ ਇਸ ਵੇਲੇ ਇਹੋ ਹੀ ਆ, ਜਦੋਂ ਕਹਿੰਦੇ ਮੀਂਹ ਪੈਂਦਾ ਉਹਨੂੰ ਡੱਡੂ ਬਾਹਰ ਨਿਕਲ ਕੇ ਗਲੇ ਗਲੇ ਕਰਦੇ ਆ, ਤੇ ਜਦੋਂ ਸੁੱਖ ਭੁੱਲਾ ਹੁੰਦਾ ਵਾ ਜਦ ਪੂਰੀ ਲੋ ਵਗਦੀ ਫਿਰ ਥੋੜੀ ਜਿਹੀ ਲਹਿ ਕੱਢ ਕੇ ਥੱਲੇ ਮਿੱਟੀ ਥੱਲੇ ਬੈਠੇ ਰਹਿੰਦੇ ਟਮਾਨ ਨਾਲ, ਬਾਹਰ ਨਹੀਂ ਨਿਕਲਦੇ। ਹੁਣ ਸਿੱਧੂ ਕੈਪਟਨ ਸਾਹਿਬ ਦੀ ਇਹ ਹਾਲਤ ਬਣ ਗਈ, ਹਰ ਬੰਦਾ ਦੁਖੀ ਹੈ, ਹਰ ਐਮਐਲਏ ਦੁਖੀ। ਕਹਿੰਦਾ ਤੁਸੀਂ ਕੀਤਾ ਕੀ ਜੀ, ਕਿਹੜੇ ਮੂੰਹ ਲੈ ਕੇ ਜਾਈਏ ਲੋਕਾਂ ਦੇ। ਬਿਲਕੁਲ ਬਿਲਕੁਲ ਜੀ, ਗੱਲ ਇਹ ਨਾ ਉਹਨਾਂ ਨੂੰ ਪਤਾ ਸੀਗਾ ਵੀ ਡੰਡੇ ਪੈਣਗੇ ਹੁਣ ਜਾਵਾਂਗੇ ਤਾਂ। ਬਿਲਕੁਲ ਸਿੱਧੂ ਸਾਹਿਬ ਵੀ ਜੇ 6 ਮਹੀਨਿਆਂ 'ਚ ਕੁਛ ਨਾ ਕਰ ਸਕਦੇ ਤੇ ਹਾਲ ਇਹਨਾਂ ਦਾ ਵੀ ਇਹੋ ਕੁਛ ਹੋਣਾ ਦੱਸੀ ਤੁਹਾਨੂੰ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਆਪਣੇ। ਲੇਕਿਨ ਅੱਜ ਦੀ ਡੇਟ ਦੇ ਵਿੱਚ ਲੋਕਾਂ ਨੇ ਗਰਮਜੋਸ਼ੀ ਦਾ ਸਵਾਗਤ ਕੀਤਾ। ਜਦੋਂ ਇਹ ਬੱਸਾਂ ਜਾ ਰਹੀਆਂ ਸੀ ਲੋਕ ਸੜਕਾਂ ਤੇ ਖੜੇ ਸੀ, ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆ ਕੇ ਠੂਕ ਕੇ ਨਵਜੀਤ ਸਿੰਘ ਸਿੱਧੂ ਜਿੰਦਾਬਾਦ, ਸਿੱਧੂ ਚਾਰ ਸਵੇਰੇ ਹੋਈ ਸੀ ਜੀ। ਜਿਵੇਂ ਕਹਿੰਦੇ ਸੀ ਤੁਹਾਨੂੰ ਪਤਾ ਉਦੋਂ ਮੇਰੇ ਖਿਆਲ ਕਿਹਨੇ ਕਿਹਾ ਸੀ, ਇੱਕ ਨਾਂ ਭੁੱਲ ਗਿਆ ਮੈਨੂੰ, ਕਾਂਗਰਸੀ ਆਗੂ ਦਾ, ਉਹਨੇ ਕਿਹਾ ਸੀ ਇੰਦਰਾ ਜੀ ਕਾਂਗਰਸ ਤੇ ਕਾਂਗਰਸ ਇੰਦਰਾ। ਹਾਂਜੀ, ਅੱਜ ਹਾਲ ਪੰਜਾਬ 'ਚ ਬਣੇ ਪਏ, ਅੱਜ ਦੀ ਏਡ 'ਚ, ਕੱਲ ਦਾ ਨਹੀਂ ਪਤਾ ਕੀ ਬਣਨਾ। ਅੱਜ ਦੀ ਏਡ ਹੋਈ ਵੀ ਕਾਂਗਰਸ ਸਿੱਧੂ ਤੇ ਸਿੱਧੂ 'ਚ ਕਾਂਗਰਸ ਬਣੀ ਪਈ ਗੱਲ। ਹੁਣ ਜੇ ਸਿੱਧੂ ਦੀ ਆਪਾਂ ਥੋੜਾ ਜਿਹਾ ਪਿਛੋਕੜ ਹੋਰ ਫਰੋਲ ਲਈਏ ਜੀ, ਉਹਦੇ ਤੇ ਇੱਕ ਜਿਹੜਾ ਹੁੰਦਾ ਸ਼ੇਰ ਹੁੰਦਾ ਨਾ, ਜਿਹੜਾ ਹਰ ਮੋੜ ਤੇ ਸਲੀਬਾ ਪੈਰ ਪੈਰ ਤੇ ਹਨੇਰਾ, ਅਸੀਂ ਜਰਾ ਵੀ ਨਾ ਰੁਕੇ ਸਾਡਾ ਵੀ ਵਿਖ ਜੇਰਾ। ਉਹਦਾ ਜੇਰਾ ਵੇਖੋ, 2 ਸਾਲ ਅੰਦਰ ਵੜ ਕੇ ਬੈਠਾ ਰਿਹਾ, 2 ਸਾਲ ਜੇਰਾ ਕੀਤਾ। ਹਾਈ ਕਮਾਂਡ ਕਹਿੰਦੀ ਰਹੀ ਵੀ ਚੁੱਪ ਕਰਕੇ ਬੈਠੇ ਰਹੋ, ਕੁਛ ਨਹੀਂ ਕਰਨਾ। 2 ਸਾਲ ਭਗਤੀ ਕੀਤੀ ਜਵਾਨ ਨੇ ਜੀ, ਅੱਜ ਭਗਤੀ ਦਾ ਮੁੱਲ ਮਿਲਿਆ ਵਾ। ਤੁਹਾਨੂੰ ਪਤਾ ਹੋਏਗਾ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸਥਾਨਕ 17 ਦਾ ਮੰਤਰੀ ਬਣਾਇਆ ਸੀ ਤੇ ਇਹਨੇ ਕਹਿ ਕੇ ਲਿਆ ਸੀ ਕਿ ਇੱਕ ਦੂਸਰਾ ਮਹਿਕਮਾ ਜੀ,
ਜਿਹੜਾ ਹੈਗਾ ਸੀ ਕਲਚਰ ਤੇ ਟੂਰਿਜ਼ਮ ਦਾ, ਉਹ ਕਹਿੰਦਾ ਸੀ ਮੈਂ ਕੁਝ ਕਰਨਾ ਚਾਹੁੰਦਾ ਵਾਂ। ਉਹਨੇ ਕਿਉਂਕਿ ਨਾ ਉਹਦਾ ਕੋਈ ਵਧਵਾ ਬਜਟ ਸੀ, ਨਾ ਉਹਦਾ ਢਾਂਚਾ ਸੀ, ਕੁਛ ਨਹੀਂ ਸੀਗਾ ਜੀ। ਤੇ 1.5 ਸਾਲ ਇਹ ਮੰਤਰੀ ਰਹੇ ਤੇ 1.5 ਸਾਲ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਪਦਮ ਸ਼੍ਰੀ ਸਰਦਾਰ ਸੁਰਜੀਤ ਪਾਤਰ ਨੂੰ ਦਵਾਇਆ। ਤੇ ਇਹਨਾਂ ਕੋਲ ਆਪਣਾ ਕੋਈ ਚੇਅਰਮੈਨ ਕੋਈ ਸੀ, ਸਾਰਾ ਉਹਨਾਂ ਬੰਦੋਬਸਤ ਕੀਤਾ ਤੇ ਕਈ ਕਲਾਕਾਰ ਤੇ ਬੁੱਧੀਜੀਵੀਆਂ ਦੇ ਇਕੱਠ ਜਿਹੜੇ ਸੀ, ਇਹਨਾਂ ਨੇ ਕਈ ਮੀਟਿੰਗਾਂ ਕੀਤੀਆਂ ਨੇ ਜੀ। ਘੱਟੋ ਘੱਟ 1 ਦਰਜਨ 10 ਦੇ ਕਈ ਮੀਟਿੰਗਾਂ ਕੀਤੀਆਂ ਇਹਨਾਂ ਨੇ। ਅਸ਼ਲੀਲ ਗਾਇਕੀ ਨੂੰ ਰੋਕਣ ਵਾਸਤੇ ਕੁਛ ਬਣਾਉਣ ਲੱਗੇ ਸੀ, ਕਲਾਕਾਰ ਵੀ ਨਾਲ ਬੈਠੇ ਸੀ, ਲੇਕਿਨ ਉਦੋਂ ਪਹਿਲਾਂ ਵਿਚਾਰੇ ਛੁੱਟੀ ਹੋ ਗਈ ਇਹਨਾਂ ਦੀ ਜੀ। ਤੇ ਦਰਿਆਲਦਰੀ ਇਹਨਾਂ ਦੀ ਇੰਨੀ ਸੀ, ਤੁਹਾਨੂੰ ਪਤਾ ਹੋਏਗਾ ਵੀ ਆਪਣੀ ਜੇਬ ਚੋਂ ਪੈਸਾ ਇਕੱਠਾ ਕਰਨ ਲੱਗੇ ਵੇਲੇ ਸੀ। ਫੋਰਟਿਸ ਹਸਪਤਾਲ ਦਾਖਲ ਸੀ ਜਿਹੜੇ ਆਪਣੇ ਸ਼੍ਰੋਮਣੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਜੀ, ਉਹਨਾਂ ਦਾ ਬਿੱਲ ਪੇ ਕਰਨ ਵਾਸਤੇ ਕੋਈ ਨਹੀਂ ਸੀ ਗਿਆ। ਇਹ ਗਏ ਸੀ, ਇਹਨਾਂ ਨੇ ਕੋਰਾ ਚੈੱਕ ਦਿੱਤਾ ਸੀ ਸਾਈਨ ਕਰਕੇ, ਜਿੰਨੇ ਭਰਨੇ ਆ ਭਰ ਲਓ ਜੀ। ਉਹ 9 ਲੱਖ ਰੁਪਇਆ ਬਿੱਲ ਉਦੋਂ ਦੇ ਕੇ ਆਏ ਸੀਗੇ। ਤੇ ਸਿੱਧੂ ਸਾਹਿਬ ਨੂੰ ਜਦੋਂ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਸੀ, ਉਹਨਾਂ ਨੇ ਇੱਕ ਇਮਾਨਦਾਰੀ ਵੰਡ ਦਿੱਤਾ ਸੀ ਇਹਨਾਂ ਨੂੰ ਜੀ। ਤੇ ਉਦੋਂ ਵੀ ਇਹਨਾਂ ਨੂੰ ਕਿਹਾ ਗਿਆ ਸੀ ਵੀ ਇਹਨਾਂ ਨੂੰ 1 ਲੱਖ ਰੁਪਇਆ ਨਾਲ ਦਿੱਤਾ ਗਿਆ ਸੀਗਾ। ਤੇ ਇਹਨਾਂ ਲੱਖ ਰੁਪਇਆ ਦੇ ਕੋਲ ਨਾਲ ਪਾਇਆ, ਨੇ ਕਿਹਾ ਜੀ ਕਿੱਥੇ ਦਿੱਤਾ ਜਾਵੇ ਫਿਰ ਲੱਖ ਰੁਪਇਆ। ਤੁਹਾਨੂੰ ਪਤਾ ਇੱਕ ਇਦੂ ਢਾਡੀ ਸੀਗੀ, ਉਹ ਬਿਮਾਰ ਸੀ ਪਿਆ। ਉਹ ਕਹਿੰਦੇ ਜੀ ਉਹ ਬਿਮਾਰ ਜੇ ਤੁਸੀਂ ਸੇਵਾ ਕਰਨੀ ਉਹਦੀ ਕਰਦੇ ਹੋ, ਕਹਿੰਦੇ 1 ਲੱਖ ਮੇਰੇ ਕੋਲ ਹੋਰ ਲਓ। ਉਸੇ ਵੇਲੇ PR ਨੂੰ ਦਿੱਤਾ ਸੀ ਵੀ ਲੈ 1-2 ਲੱਖ ਰੁਪਇਆ ਉਹਨੂੰ ਪਹੁੰਚਾ ਕੇ ਆ ਜੀ। ਹਾਲੀ ਕਿ ਜਿਹੜੇ ਇਦੂ ਸ਼ਰੀਫ ਸਨ ਉਹ ਰਾਸ਼ਟਰਪਤੀ ਅਵਾਰਡ ਜੇਤੂ ਰਹੇ ਨੇ। ਸਿੱਧੂ ਨੇ ਇਹੋ ਜਿਹੇ ਕੰਮ ਕੀਤੇ, ਜੇ ਕਣਕ ਸੜੀ ਆਪਣੇ ਤੇ 25 ਲੱਖ ਜੇਬ ਤੋਂ ਦੇਤਾ, ਜੇ ਸ਼ਹੀਦ ਭਗਤ ਸਿੰਘ ਯਾਦਗਾਰੀ ਦੀ ਬਿਜਲੀ ਬਿੱਲ ਭਰਨਾ ਸੀ ਤੂੰ ਆਪਣੇ ਕੋਲੋਂ ਭਰਿਆ ਜੀ। ਇਸ ਕਰਕੇ ਜੇ ਕਿਤੇ ਉਹ 16 ਸਮਾਂ ਹੋਰ ਰਹਿ ਜਾਂਦੇ ਤੇ ਸੱਭਿਆਚਾਰਕ ਤੇ ਟੂਰਿਜ਼ਮ ਦੇ ਵਿੱਚ ਵੀ ਉਹਨਾਂ ਕਾਫੀ ਹੱਦ ਤੱਕ ਬੜੀਆਂ ਜਿਹੜੀਆਂ ਸੀ ਸੋਧਾਂ ਕਰ ਦੇਣੀਆਂ ਸੀ ਜੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਅੱਜ ਕਲਾਕਾਰਾਂ ਦੇ ਮੂੰਹ ਦੇ ਉੱਤੇ ਆ ਜਿਹੜੇ ਨਾਲ ਰਹੇ ਨੇ ਉਸ ਟਾਈਮ ਦੇ ਵੀ ਕਾਫੀ ਸੁਧਾਰ ਕੀਤਾ ਸੀ ਉਹਨਾਂ, ਭਾਸ਼ਾ ਭਗਤ ਦਾ ਸੁਧਾਰ ਕੀਤਾ ਸੀਗਾ ਜੀ। ਤੇ ਕੈਪਟਨ ਅਮਰਿੰਦਰ ਸਿੰਘ ਤੋਂ ਕਹਿ ਕੇ ਜਿਹੜਾ ਸੀ ਉਹ ਮਹਿਕਮਾ ਲਿਆ ਸੀ ਉਹਨਾਂ ਨੇ, ਲੇਕਿਨ ਅਫਸੋਸ ਵੀ ਉਹ 1.5 ਸਾਲ ਰਹੇ, ਜੇ 2 ਸਾਲ ਹੋਰ ਰਹਿੰਦੇ ਤੇ ਫਿਰ ਬੜਾ ਕੁਛ ਹੁੰਦਾ ਉਹਦੇ ਵਿੱਚ ਜੀ। ਇਸ ਕਰਕੇ ਸਿੱਧੂ ਸਾਹਿਬ ਦਾ ਜਿਹੜਾ ਬਿਖਰਾ ਟੈਂਕ ਪੈਂਦਾ ਸੀਗਾ, ਜਿਹੜੀਆਂ ਸਕੀਮਾਂ ਸੀ ਉਹ ਪਾ ਕੇ ਬੈਠੇ ਰਹੇ, ਲੇਕਿਨ ਅਖੀਰ ਉਹਨਾਂ ਨੂੰ ਕਾਮਯਾਬੀ ਮਿਲੀ ਆ। ਲੇਕਿਨ ਹੁਣ ਵੀ ਉਹਨਾਂ ਦਾ ਰਸਤਾ ਇੰਨਾ ਸਖਾਵਾ ਨਹੀਂ ਜੀ ਜੀ। ਹੁਣ ਉਹਨਾਂ ਨੇ ਪ੍ਰਪੋਜ਼ਲ ਬਣਾਈ ਵੀ ਹਰ ਹਲਕੇ 'ਚ ਲੋਕਾਂ ਜਾ ਕੇ ਮੁਲਾਕਾਤ ਕਰਨ ਜੀ, ਹਰ ਹਲਕੇ 'ਚ ਰੈਲੀ ਵੀ ਕਰਨਗੇ। ਤੇ ਜੇ ਉਹ ਇੱਥੋਂ ਤੱਕ ਚਲੇ ਗਏ ਤਾਂ ਉਮੀਦ ਹੈ ਵੀ ਜਿਹੜੀ 2022 ਦੀ ਇਲੈਕਸ਼ਨ ਉਹਦੇ ਵਿੱਚ ਕੋਈ ਸਿੱਟੇ ਚੰਗੇ ਨਿਕਲਣਗੇ ਜੀ ਜੀ। ਤੇ ਉਧਰ ਫਿਰ ਗਿਆਨੀਆਂ ਦੇ ਬੁੰਗੇ ਬਾਰੇ ਕੀ ਕੁਝ ਚੱਲ ਰਿਹਾ ਜੀ? ਬੜੀ ਚਰਚਾ ਹੋ ਰਹੀ ਹੈ ਉਹਦੀ। ਵੇਖੋ ਜੀ, ਗਿਆਨੀਆਂ ਦੇ ਬੁੰਗੇ ਜਿਹੜੇ ਪ੍ਰਾਤਨ ਵਿਭਾਗ ਦੀ ਟੀਮ ਆਈ ਸੀ ਉਹ ਸੈਂਪਲ ਵੀ ਲੈ ਗਈ ਅਤੇ ਫੋਟੋ ਵੀ ਲੈ ਗਈ ਜੀ। ਗਿਆਨੀਆਂ ਦਾ ਬੁੰਗਾ ਜਿਹੜਾ ਸੀ ਉਹ ਗਿਆਨੀਆਂ ਦਾ ਬੁੰਗਾ ਇਸ ਕਰਕੇ ਬਚ ਗਿਆ ਕਿ ਵਿੱਚ ਲੋਹਾ ਕੋਈ ਨਹੀਂ ਸੀ, ਉਹਦੇ ਵਿੱਚ ਕੋਈ ਚੀਜ਼ ਰੱਖਣ ਵਾਲੀ ਨਹੀਂ ਸੀ ਹੈਗੀ। ਜੇ ਕਿਤੇ ਅੱਜ ਦਾ ਮਾਹੌਲ ਹੁੰਦਾ ਤੇ ਅੱਜ ਇੰਨੀ ਇੱਟ ਮਹਿੰਗੀ ਮਿਲਦੀ ਹੈ ਨਾ ਨਾਨਕਸ਼ਾਹੀ, ਤੇ ਫਿਰ ਉਹਦੀ ਵਿਸ਼ੇਸ਼ ਤੌਰ ਤੇ ਉਹਨੂੰ ਤੋੜੇ ਜਾਂਦੇ ਕਿ ਉਹਦੀ ਕੀਮਤ ਰੱਖੀ ਜਾਂਦੀ। ਜਿਹੜੇ ਕੱਲ ਤੱਕ ਜਥੇਦਾਰ ਅਕਾਲ ਤਖਤ ਤੇ ਗੱਲ ਕਹਿੰਦੇ ਸੀ ਵੇਖੋ ਜੀ ਇਹ ਗਿਆਨੀਆਂ ਦਾ ਬੁੰਗਾ ਸੀ, ਉਹ ਸੰਭਾਲਦੇ ਕਿਉਂ ਨਹੀਂ ਸੰਭਾਲਿਆ ਉਹਨਾਂ ਨੇ ਜੀ ਜੀ। ਅੱਜ ਕਹਿੰਦੇ ਨਹੀਂ ਇਹ ਸਾਡੀ ਇਤਿਹਾਸਕ ਧਰੋਹਰ, ਅਸੀਂ ਬਚਾਵਾਂਗੇ ਇਹਨੂੰ। ਇੱਥੇ ਬੋਰਡ ਲਾਵਾਂਗੇ ਲਿਖ ਕੇ 1991 ਵਿੱਚ ਭਾਰਤ ਦੀ ਸਰਕਾਰ ਨੇ ਜਿਹੜਾ ਸੀ ਇਸ ਮੁੱਦੇ ਨੂੰ ਤੋੜਿਆ ਤੇ ਬਰਬਾਦ ਕੀਤਾ ਜੀ। ਅੱਜ ਤੁਸੀਂ ਇੱਥੇ ਆ ਗਏ ਹੋ ਕਿਉਂਕਿ ਇਲੈਕਸ਼ਨ ਆ ਰਹੀ ਹੈ, ਤੁਹਾਨੂੰ ਪਤਾ ਇਲੈਕਸ਼ਨ ਜਿਹੜੇ ਆ ਰਹੀ ਹੈ ਨਾ ਜੀ ਜੀ, ਕੁਛ ਨਾ ਕੁਛ ਤੇ ਕਰਨਾ ਨਾ। ਜਿਹੜਾ ਕੱਲ ਮੈਨੇਜਰ ਕਹਿੰਦਾ ਸੀ ਇਹਨਾਂ ਦਾ ਉਹ ਗੁੰਡਾ ਜਿਹਾ ਗੁਰਿੰਦਰ ਕਹਿੰਦਾ ਸੀ ਤੋੜ ਦਿਆਂਗੇ, ਜਾਓ ਜੋ ਕਰਨਾ ਕਰ ਲਓ ਤੁਸੀਂ। ਜਿਹੜੇ ਵਡਾਲਾ ਜਿਹੜੇ ਸਿੱਖ ਸੰਗਠਨ ਵਡਾਲੇ ਵਡਾਲਾ ਸਾਹਿਬ ਜੀ, ਭਾਈ ਬਲਦੇਵ ਸਿੰਘ ਵਡਾਲਾ ਦੇ ਗਲ ਪੈਂਦੇ ਸੀ ਇਹ ਤੇ ਕਾਰਸੇਵਾਲ। ਹੁਣ ਉਹ ਵੀ ਕਹਿੰਦਾ ਨਹੀਂ ਜੀ ਸਾਡੀ ਇਤਿਹਾਸਕ ਧਰੋਹਰ ਅਸੀਂ ਬਚਾ ਕੇ ਰੱਖਾਂਗੇ ਜੀ, ਸੇਵਾ ਸੰਭਾਲ ਕਰਾਂਗੇ ਅਸੀਂ। ਅੱਛਾ, ਬਦਲ ਗਏ ਸੁਤਰਾਂ, ਬਦਲੇ 1 ਮਿੰਟ 'ਚ ਬਦਲ ਗਏ ਜੀ, ਪਤਾ ਨਹੀਂ ਕਿੰਨੀ ਜਲਦੀ ਹੈ ਆਪਣੇ ਮੂੰਹ ਬਦਲਦੇ। ਚਾਹੀਦਾ ਤੇ ਸੀ ਬੀਬੀ ਜਗੀਰ ਕੌਰ ਨੂੰ ਇਹੋ ਜਿਹੇ ਜਿਹਨੂੰ ਵਿਚਾਰੇ ਬੋਲਣਾ ਨਹੀਂ ਹੁੰਦਾ ਮੇਰੇ ਅੱਗੇ ਨੂੰ ਜੀ, 5 ਵਾਰੀ ਜ਼ਮਾਨਤ ਥਤਕਾਉਂਦੀ ਆ, ਪੜਿਆ ਤੂੰ 10 ਮਤ ਹੈਗਾ ਨੀ ਗਾ। ਇੱਕ ਮੇਰੇ ਖਿਆਲ ਇਹ ਹੈ ਸੀ ਜੀ ਉਹਦੇ 'ਚ ਆਪਣੇ 'ਚ ਤੁਹਾਡੇ ਉਹ ਹਰਿਆਣੇ 'ਚ ਭਰਤੀ ਹੋਇਆ ਸੀਗਾ ਕੁਰਕਸ਼ੇਤਰ ਦੇ ਵਿੱਚ, ਉੱਥੇ ਪ੍ਰਿੰਟਿੰਗ ਪ੍ਰੈਸ ਤੇ ਭਰਤੀ ਹੋਇਆ ਸੀਗਾ। ਪ੍ਰਿੰਟਿੰਗ ਪ੍ਰੈਸ ਤੇ ਜਿਹੜਾ ਬੰਦਾ ਭਰਤੀ ਹੋਇਆ, ਇੱਕ ਹੈਲਪਰ ਭਰਤੀ ਹੈ, ਅੱਜ ਤੁਸੀਂ ਮੈਨੇਜਰ ਲਾ ਉਹਦੇ ਪੱਲੇ ਕਰਤੂਤ ਕਿੰਨੀ ਕੁ ਹੋਊਗੀ? ਸਰਕਾਰੀ ਮਹਿਕਮੇ ਦੇ ਚੌਕੀਦਾਰ ਨੂੰ ਕਦੀ ਡੀਸੀ ਲੱਗਾ ਵੇਖਿਆ ਨੇ?
ਜੇ ਲੱਗਾ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ, ਉਹ ਬੜਾ ਪੜ੍ਹਾਈ ਕਰਦਾ ਵਾ, ਬੜਾ ਕੁਛ ਕਰਦਾ, ਫਿਰ ਕਿਤੇ ਕੋਈ ਰੇਅਰ ਚਾਂਸ ਕਿਤੇ ਹੁੰਦਾ ਕੋਈ ਜੀ। ਇੱਥੇ ਤੇ ਜਿੰਨੇ ਮੰਜ਼ਿਲ ਲਾਏ ਸਭ ਇਸੇ ਹਿਸਾਬ ਨਾਲ ਲਾਏ, ਲਾਓ ਜੀ ਕੋਈ ਗੱਲ ਨਹੀਂ, ਠੀਕ ਹੈ ਜੀ। ਤੁਸੀਂ ਨਾ ਅਗਲੇ ਦੇ ਪਾਠ ਹੁੰਦਾ ਵਾ, ਨਾ ਇਤਿਹਾਸ ਹੁੰਦਾ ਵਾ, ਜਦੋਂ ਕਿ ਪੁੱਛਦਾ ਮੁੜ ਕੇ ਮੂੰਹ ਲਮਕਾ ਕੇ ਬਹਿ ਜਾਂਦੇ। ਇਸ ਕਰਕੇ ਉਹਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਭਾਈ ਰੋਡੇ ਨੇ ਵੀ ਆ ਕੇ ਕਿਹਾ ਸੀ ਵੀ ਹਾਲ ਦੀ ਕੜੀ ਆ ਕੰਮ ਬੰਦ ਕਰ ਦਿਓ, ਕਿਉਂਕਿ ਇਹਦੀ ਪੂਰੀ ਜਗ੍ਹਾ ਵੇਖ ਲਓ ਕਿੰਨੀ ਰੱਖਣੀ ਆ, ਕੀ ਕਰਨਾ, ਸੰਭਾਲ ਕਿਵੇਂ ਕਰਨੀ ਜੀ। ਜੀ ਤੇ ਦੂਜੇ ਪਾਸੇ ਕੀ ਪੁਰਾਤਨ ਵਿਭਾਗ ਪਹੁੰਚਿਆ ਜੀ ਉੱਥੇ, ਜਿਹੜੀ ਖਾਲਸਾ ਬੁੰਗਾ ਪੁਰਾਤਨ ਵਿਭਾਗ ਦੱਸਦਾ ਜੀ, ਪੁਰਾਤਨ ਵਿਭਾਗ ਕੱਲ ਆਇਆ ਸੀਗਾ। ਪੁਰਾਤਨ ਵਿਭਾਗ ਨੇ ਬਕਾਇਦਾ ਤੌਰ ਤੇ ਉੱਥੇ ਸੈਂਪਲ ਲੈਣ ਹੋਏ ਜੀ। ਸੈਂਪਲ ਲੈਣ ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਉਹਦੀ ਜਿਹੜੀ ਸੈਂਪਲ ਲੈਣ ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਉਹਦੀ ਬਕਾਇਦਾ ਤੌਰ ਤੇ ਤਸਵੀਰਾਂ ਵੀ ਖਿੱਚੀਆਂ ਨੇ। ਉਹਨਾਂ ਨੇ ਆਪਣੀ ਰਿਪੋਰਟ 10 ਦਿਨ ਦੇ ਵਿੱਚ ਦੇਣੀ ਹੈ ਜੀ। ਚਲੋ ਤੇ ਹੁਣ ਗੱਲ ਕਰੀਏ ਤਾਂ ਆਪਾਂ ਗੁਰਦੁਆਰਾ ਚੋਣ ਕਮਿਸ਼ਨ ਦਾ ਜਿਹੜਾ ਜੀ ਵੋਟਾਂ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਫਿਰ? ਬਿਲਕੁਲ ਜੀ। ਐਸ ਸਾਰੋ ਜਿਹੜੇ ਐਕਟਿੰਗ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰ ਹੋਏ ਨੇ। ਐਕਟਿੰਗ ਚੀਫ ਜਸਟਿਸ ਰਹੇ ਸੀ, ਬਕਾਇਦਾ ਤੌਰ ਤੇ ਚੀਫ ਜਸਟਿਸ ਆਪ ਜਾਣ ਬੁੱਝ ਕੇ ਛੁੱਟੀ ਗਏ ਸੀ ਵੀ ਇਹ ਚੀਫ ਜਸਟਿਸ ਰਿਟਾਇਰ ਹੋਣ, ਕਿ ਬੰਦੇ ਬੜੇ ਇਮਾਨਦਾਰ ਸੀ। ਐਸ ਸਾਰੋ ਦੀ ਇੱਕ ਵਾਰੀ ਹਿਮਾਚਲ ਦੇ ਵਿੱਚ ਜਿਹੜੀ ਹਿਮਾਚਲ ਹਾਈ ਕੋਰਟ ਦਾ ਜੱਜ ਚੀਫ ਜਸਟਿਸ ਲਾਉਣ ਦੀ ਗੱਲ ਚੱਲਦੀ ਸੀ, ਲੇਕਿਨ ਪੋਲੀਟੀਕਲ ਬੰਦਿਆਂ ਨਹੀਂ ਸੀ ਲੱਗਣ ਦਿੱਤਾ ਜੀ ਵੀ ਇਹਨੇ ਗੱਲ ਨਹੀਂ ਕਿਸੇ ਦੀ ਸੁਣਨੀ। ਐਸੇ ਸਾਰੋ ਉਹ ਵਿਅਕਤੀ ਆ ਜਿਨ੍ਹਾਂ ਨੇ ਸਾਰੀ ਉਮਰ ਸੇਵਾ ਕੀਤੀ ਆ, ਲੇਕਿਨ ਸਰਕਾਰ ਖਾਤੇ 'ਚ ਕੋਈ ਤਨਖਾਹ ਨਹੀਂ ਲਈ ਜੀ, ਫ੍ਰੀ ਸੇਵਾ ਕੀਤੀ ਆ। ਸਾਰੋ ਪਿੰਡ ਆ ਸੰਗਰੂਰ ਜ਼ਿਲ੍ਹੇ 'ਚ, ਉੱਥੋਂ ਦੇ ਰਹਿਣ ਵਾਲੇ ਨੇ, ਅਮੀਰ ਸਿੱਖ ਜੀ। ਔਰ ਜਿਹੜੀ ਜਗਦੀਪ ਸਿੰਘ ਨੇ ਜਦੋਂ ਸੌਦਾ ਸਾਧੂ ਸਾਹਿਬ ਦਿੱਤੀ ਆ, ਉਦੋਂ ਮੋਨੀਟਰ ਨਾ ਕੀਤਾ ਸੀ। ਹੁਣ ਇਹਨਾਂ ਨੂੰ ਕੈਪਟਨ ਸਰਕਾਰ ਨੇ ਜਿਹੜਾ ਸੀ ਉਹ ਚੇਅਰ ਗੁਰਦੁਆਰਾ ਚੋਣ ਕਮਿਸ਼ਨ ਲਾਤਾ ਜੀ, ਲੇਕਿਨ ਦਫ਼ਤਰ ਨਹੀਂ ਸੀ ਦਿੱਤਾ। ਅੱਛਾ ਜੀ। ਮੁੜ ਕੇ ਕਾਫੀ ਰੌਲਾ ਪਿਆ, ਫਿਰ ਦਫ਼ਤਰ ਦਿੱਤਾ ਜੀ, ਰੈਨੋਵੇਟ ਕਰ ਰਹੇ ਤੁਹਾਡਾ ਜੀ। ਰੈਨੋਵੇਸ਼ਨ ਦੇ ਉੱਤੇ 1.5 ਸਾਲ ਲੱਗ ਗਿਆ। 1.5 ਸਾਲ ਲੱਗਣ ਤੋਂ ਬਾਅਦ ਹੁਣ ਉਹ ਆਪਣੇ ਦਫ਼ਤਰ 'ਚ ਬਹਿ ਗਿਆ ਜੀ। ਜੇ ਤੁਸੀਂ ਕਹੋ ਵੀ ਇਸ ਸਾਲ ਚੋਣਾਂ ਹੋ ਜਾਣ, ਇਹ ਸੰਭਵ ਨਹੀਂ ਜੀ। SGPC ਦੀਆਂ ਚੋਣਾਂ ਹੁਣ ਅਗਲੇ ਸਾਲ ਹੀ ਹੋ ਸਕਣਗੀਆਂ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਵੋਟਾਂ ਬਣਾਉਣ ਦੀ ਜੀ। ਇੱਕ ਕੇਸ ਵੀ ਪਹਿਲਾਂ ਸੁਪਰੀਮ ਕੋਰਟ ਨੇ ਜਿਹੜਾ ਸੀ ਉਹ ਖਾਰਜ ਕਰਤਾ, ਜੇ ਇੱਕ ਨਵਾਂ ਕੇਸ ਹੋਰ ਚਲਾ ਗਿਆ ਉੱਥੇ ਸਹਿਚਾਰੀਆਂ ਦਾ, ਲੇਕਿਨ ਜੀ ਸਟੇ ਕੋਈ ਨਹੀਂ ਹੋਇਆ ਜੀ। ਨਾ ਹਰਿਆਣਾ ਕਮੇਟੀ 'ਚ ਇਹੋ ਜਿਹਾ ਕੋਈ ਸਟੇ ਹੋਇਆ ਵੀ ਤੁਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਕਿ ਉਹ ਹਰਿਆਣਾ ਕਮੇਟੀ ਜਦੋਂ ਬਣੀ ਸੀ ਉਦੋਂ ਵੀ ਇੱਕ ਕੇਸ SGPC ਲੈ ਕੇ ਗਿਆ ਸੀ ਸੁਪਰੀਮ ਕੋਰਟ ਜੀ। ਉਹ ਸੁਪਰੀਮ ਕੋਰਟ ਜਾਣ ਦੇ ਨਾਲ ਜਿਹੜਾ ਸੀ ਉਹ ਕੇਸ ਪੈਂਡਿੰਗ ਆ ਵੀ ਜਿੱਥੇ ਜਿੱਥੇ ਹਰਿਆਣਾ ਕਮੇਟੀ ਗੁਰਦੁਆਰੇ ਆਉਂਦੇ ਸੀ ਉੱਥੇ ਕਹਿਤਾ ਜੀ ਐਜ ਇਟ ਉਹ ਸਟੇਟਸ ਉਹ ਕਰਤਾ ਸੀ ਉਹਨਾਂ ਨੇ ਜੀ। ਲੇਕਿਨ ਹੁਣ ਇਹਦਾ ਦੀ ਜਿਹੜੀ ਚੋਣ ਹੋਣੀ SGPC ਦੀ, ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ 'ਚ ਹੋਣੀ ਹੈ। ਉਹਦੇ ਵਾਸਤੇ ਸਭ ਤੋਂ ਪਹਿਲਾਂ ਵੋਟਾਂ ਬਣਨਗੀਆਂ, ਸਟਾਫ ਹੋਊਗਾ, ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਉਹ BLO ਆ ਕੇ ਘਰ ਨਹੀਂ ਬਣਾਉਂਦਾ ਜੀ। ਇਹਨਾਂ ਦੇ ਬਕਾਇਦਾ ਜਾ ਕੇ ਪਟਵਾਰੀ ਕੋਲੋਂ ਆਪ ਫਾਰਮ ਲੈਣੇ ਪੈਂਦੇ, ਉਹ ਭਰ ਕੇ ਦੇਣੇ ਪੈਂਦੇ, ਫਿਰ ਪਟਵਾਰੀ ਦੇ ਪਿੱਛੇ ਲੱਗਣਾ ਪੈਂਦਾ, ਭਾਈ ਸਾਡੇ ਦਰਜ ਕਰਕੇ ਸਾਨੂੰ 10 ਦੇ ਵੋਟਾਂ ਬਣਾ ਕੇ ਸਾਡੀ। ਉਹ ਪਟਵਾਰੀ ਦੇ ਰਹਿਮੋ ਕਰਮ ਤੇ ਜੀ ਕਹੇ ਤੁਹਾਡੀ ਵੋਟ ਬਣਾਵੇ, ਜੀ ਕਿਤੇ ਨਾ ਹੀ ਬਣਾਵੇ। ਇਸ ਕਰਕੇ ਥੋੜਾ ਜਿਹਾ ਪ੍ਰੋਸੈਸ ਲੰਮਾ ਵਾ, ਜਿਹਦੇ ਕਰ ਇਸ ਸਾਲ ਦੇ ਵਿੱਚ ਨਹੀਂ, ਅਗਲੇ ਸਾਲ ਦੇ ਵਿੱਚ ਇਹ SGPC ਦੀਆਂ ਚੋਣਾਂ ਹੋਣ ਦੀ ਸੰਭਾਵਨਾ ਵੱਧ ਗਈ ਆ ਜੀ। ਹਾਲ ਦੀ ਕੜੀ ਤੇ ਵੇਖੋ, ਦਿੱਲੀ ਸਰਕਾਰ ਨੇ ਜਿਹੜੀਆਂ ਚੋਣਾਂ ਹੋ ਸਕਦੀਆਂ, ਦਿੱਲੀ ਕਮੇਟੀ ਨੇ ਉਹ ਵੀ ਕਹਿਤਾ ਅਗਲੇ ਹੁਕਮ ਤੱਕ ਰੱਦ ਕਰ ਦਿੱਤੀਆਂ, ਨਹੀਂ ਹੋ ਸਕਦੀਆਂ ਜੀ। ਹਾਲੀ ਕਿ ਚੋਣ ਕਮਿਸ਼ਨ 10 ਜੁਲਾਈ ਨੂੰ ਕਰਾਉਣਾ ਚਾਹੁੰਦਾ ਸੀਗਾ, ਬਕਾਇਦਾ ਤੌਰ ਤੇ ਲਿਖ ਕੇ ਭੇਜਿਆ, ਤੇ ਮੁੱਖ ਮੰਤਰੀ ਨੇ ਸਾਹਿਬ ਕਿਤਾਬ ਵੀ ਕਰੋਨਾ ਕਰਕੇ ਅਨਨੈਸੈਸਰੀ ਮੁਲਤਵੀ ਕੀਤੀਆਂ ਜਾਂਦੀਆਂ ਜੀ। ਹੁਣ ਕੋਈ ਕੋਰਟ ਜਾਊਗਾ, ਹਾਈ ਕੋਰਟ ਦੇ ਆਰਡਰ ਤੇ ਫਿਰ ਚੋਣ ਹੋਊਗੀ, ਕਿਉਂਕਿ ਕਿਸੇ ਨੂੰ ਲੋੜ ਹੀ ਨਹੀਂ। ਇਹ ਸਿੱਖਾਂ ਦੀਆਂ ਚੋਣਾਂ ਵਾਲੇ ਸਮਝ ਕੋਈ ਫਾਇਦਾ ਕੋਈ ਨਹੀਂ, ਇਹ ਸਿੱਖਾਂ ਦੀ ਗੱਲ ਆਪੇ ਵੇਖ ਲੈਣ। ਇਹ ਗੱਲ ਜ਼ਰੂਰ ਆ, ਜੇ ਅਗਲੇ ਸਾਲ ਚੋਣਾਂ ਹੁੰਦੀਆਂ ਤੇ ਕਿਤੇ ਰੱਬ ਸਵਾਬੀ ਕਾਂਗਰਸ ਦੁਬਾਰਾ ਆ ਗਈ, ਤੇ ਫਿਰ ਇਸ ਚੋਣ ਦੇ ਵਿੱਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਇਹ ਵਿਸ਼ੇਸ਼ ਤੌਰ ਤੇ ਪੂਰਾ ਇੰਟਰਸਟ ਲੈਣਗੇ ਇਹਦੇ ਵਿੱਚ ਜੀ ਜੀ। ਕਿਉਂਕਿ ਇਹ ਤਾਂ ਐਤਕੀ ਵੀ ਇੰਟਰਸਟ ਦੀਆਂ ਗੱਲਾਂ ਸੀ। ਕਾਲ ਲੈ ਲਈਏ ਫਿਰ ਆਪਾਂ ਅੱਗੇ ਚੱਲਦੇ ਹਾਂ। ਸਤਿ ਸ੍ਰੀ ਅਕਾਲ ਜੀ। WhatsApp ਕਾਲ ਤੇ ਤੁਸੀਂ ਆਉਣੇ ਭਾਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਧੰਨਵਾਦ ਸਾਹਿਬ। ਮੈਂ ਆਪਣੇ ਭੱਟੀ ਸਾਹਿਬ ਹੁਣਾਂ ਤੋਂ ਇਹ ਪੁੱਛਣਾ ਚਾਹੁੰਦਾ ਸੀ ਵੀ ਜਿੱਦਾਂ ਸ਼੍ਰੋਮਣੀ ਕਮੇਟੀ ਦੀ ਗੱਲ ਤਾਂ ਹੁਣ ਚੱਲਦੀ ਸੀਗੀ ਵੀ ਜਿਹੜੇ ਆਪਣੇ ਪਹਿਲੇ ਜਥੇਦਾਰ ਸੀਗੇ, ਮੈਨੂੰ ਹੁਣ ਉਹਨਾਂ ਦਾ ਨਾਂ ਨਹੀਂ, ਜਦੋਂ ਸ਼੍ਰੋਮਣੀ ਕਮੇਟੀ ਜਿਹੜੇ ਦਾਸ਼ੀਆਂ ਜਿਹੜੀ ਦੇ ਦਰਵਾਜ਼ੇ ਲਾਏ ਸੀਗੇ ਨਹੀਂ ਰਿਪੇਅਰ ਕਰਨ ਦੇ ਲਈ ਜੀ,
ਕੀ ਉਹ ਰਿਪੇਅਰ ਹੋ ਕੇ ਦੁਬਾਰਾ ਲੱਗ ਗਏ ਜਾਂ ਫਿਰ ਉਧਰ ਲੱਗ ਗਏ ਕਿਤੇ, ਉਹਨਾਂ ਬਾਰੇ ਦੱਸੋ ਮਾੜਾ ਜਿਹਾ। ਜੀ ਬਿਲਕੁਲ ਜੀ, ਤੁਸੀਂ ਇਹ ਠੀਕ ਕਹਿ ਰਹੇ ਹੋ। 2006 ਦੇ ਵਿੱਚ ਇਹ ਦਰਵਾਜ਼ੇ ਲਾਏ ਗਏ ਸੀ। ਲਾਏ ਕਿਉਂ ਗਏ ਸੀ? ਕਿਉਂ ਮੈਂ ਉਹ ਆਪ ਹੱਥੀਂ ਸਭ ਕੁਝ ਆਇਆ ਵਾ। ਉਹ ਦਰਵਾਜ਼ੇ ਅੰਦਰੋਂ ਇੰਨੇ ਕਿੰਨੇ ਕਮਜ਼ੋਰ ਹੋ ਚੁੱਕੇ ਸੀ ਵੀ ਉਹ ਕਈ ਵਾਰੀ ਜਿਹੜੇ ਸੀ ਉੱਤੇ ਡਿੱਗਣ ਲੱਗ ਪੈਂਦੇ ਸੀਗੇ। ਲੱਕੜ ਜਿਹੜੀ ਖੋਖਲੀ ਚੁੱਕੀ ਜਾਂਦੀ, ਭੁਰ ਜਾਂਦੀ ਸੀ, ਉਹ ਪੂਰੇ ਬਣ ਚੁੱਕੀ ਸੀ ਜੀ। ਉਹ ਬੜੀ ਉਹਨੂੰ ਰੇਸ ਵਾਲੀ ਸਿੱਧੀ ਖੜਾ ਕੀਤਾ ਸੀ, ਲੇਕਿਨ ਮੁੜ ਕੇ ਇਹਨਾਂ ਫੈਸਲਾ ਕਰਤਾ ਸੀ ਵੀ ਦਰਵਾਜ਼ੇ ਬਦਲੇ ਜਾਣਗੇ। ਉਹ ਭਾਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਜਿਹੜੇ, ਉਹਨਾਂ ਨੇ ਕਿਹਾ ਸੀ ਜੀ 6 ਮਹੀਨਿਆਂ 'ਚ ਬਦਲਾਂਗੇ, ਲੇਕਿਨ 8 ਸਾਲ ਲਾਤੇ ਉਹ ਜੀ। 8 ਸਾਲਾਂ ਬਾਅਦ ਉਹ ਪਹਿਲਾਂ ਉਹਨਾਂ ਟੈਂਪਰੇਰੀ ਦਰਵਾਜ਼ੇ ਲਾਏ, ਫਿਰ 8 ਸਾਲਾਂ ਬਾਅਦ ਜਿਹੜੇ ਅਸਲੀ ਦਰਵਾਜ਼ੇ ਬਣੇ ਕਾਲੀ ਲੱਕੜ ਦੇ ਉਹ ਲਾਏ ਜੀ। ਉਹਦੇ ਵਿੱਚ ਕਹਿੰਦੇ ਨੇ ਜੀ ਹਾਥੀ ਦੰਦ ਨਹੀਂ ਮਿਲਦਾ, ਤੇ ਇੱਕ ਬਾਬੇ ਨੇ ਕਿਹਾ ਜੀ ਮੇਰੇ ਕੋਲ ਪੁਰਾਣਾ ਪਿਆ, ਮੈਨੂੰ ਦੇ ਦਿਓ ਸੇਵਾ, ਮੈਂ ਕਰ ਦਿੰਦਾ। ਇਹਨਾਂ ਕਹਿੰਦੇ ਆਪੇ ਕਰਾਂਗੇ। ਉਹ ਮੇਰੇ ਖਿਆਲ ਮੁੜ ਕੇ ਹਾਥੀ ਦੰਦ ਤੋਂ ਬਗੈਰ ਹੀ ਇਹਨਾਂ ਨੇ ਕੋਈ ਉੱਥੇ ਮੋਤੀ ਮਾਤੀ ਲਾ ਕੇ ਹਾਥੀ ਦੰਦ ਤਾਂ ਵੈਸੇ ਵੀ ਲਾਉਣਾ ਮੁਸ਼ਕਲ ਸੀਗਾ ਨਾ, ਕਿਉਂਕਿ ਉਹ ਉਹਦੇ ਉੱਤੇ ਬੈਨ। ਗੱਲ ਠੀਕ ਹੈ, ਜੇ ਕਿਸੇ ਕੋਲ ਪੁਰਾਣਾ ਪਿਆ ਤਾਂ ਕੀ ਕਰੋਗੇ ਤੁਸੀਂ? ਪੁਰਾਣੇ ਤੇ ਹੀ ਪਰਚਾ ਹੋ ਜਾਂਦਾ ਜੀ। ਹੁਣ ਤੁਹਾਨੂੰ ਪਤਾ ਬਾਬੇ ਪਰਵਾਹ ਨਹੀਂ ਕਰਦੇ ਪਰਚਾ ਹੋ ਜਾਂਦਾ ਜੀ। ਉਹਦੇ ਵਿੱਚ ਇਹ ਸੀਗਾ ਵੀ ਉਹ ਚਲੋ ਨਹੀਂ ਲੱਗੇ, 8 ਸਾਲ ਲੱਗੇ। 8 ਸਾਲ ਬਾਅਦ ਉਹ ਜਿਹੜੀ ਦਰਵਾਜ਼ੇ ਚੜ੍ਹ ਗਏ। ਅੱਜ ਵੀ ਜਿਹੜੇ ਦਰਵਾਜ਼ੇ ਲਾਏ ਗਏ, ਜੇ ਤੁਸੀਂ ਵੇਖਣਾ ਚਾਹੁੰਦੇ ਹੋ, ਬਕਾਇਦਾ ਤੌਰ ਤੇ ਦਰਸ਼ੀ ਡਿਊੜੀ ਤੋਂ ਅਕਾਲ ਤਖਤ ਤੇ ਦਰਸ਼ੀ ਡਿਊੜੀ ਦੇ ਬਿਲਕੁਲ ਦੱਖਣ ਵਾਲੀ ਬਾਈ ਇੱਕ ਸ਼ੀਸ਼ਾ ਦਾ ਸ਼ੋਪੀਸ ਜਿਹਾ ਬਣਿਆ ਵਾ ਜੀ। ਉੱਥੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਆ ਬਕਾਇਦਾ ਤੌਰ ਤੇ ਰਸੀਦ ਲੈ ਕੇ ਬੈਠੇ ਆ, ਤੇ ਦਰਵਾਜ਼ੇ ਪਿੱਛੇ ਰੱਖੇ ਨੇ, ਤੇ ਜੇ ਆਓ ਤੇ ਤੁਸੀਂ ਨੇ ਸੇਵਾ ਕਰ ਦਿਓ, ਦੀ ਪੈਸੇ ਜਮਾ ਕਰਾ ਦਿਓ, ਕੋਈ ਗੱਲ ਨਹੀਂ। ਦਰਵਾਜ਼ੇ ਉੱਥੇ ਪੈ ਨੇ, ਦਰਵਾਜ਼ੇ ਚੜਾਤੇ ਸੀ ਜੀ। ਚਲੋ ਚੜ ਗਏ ਜੀ, ਚੰਗੀ ਗੱਲ ਹੈ। ਤੇ ਅਫਗਾਨਿਸਤਾਨ ਵਿੱਚ ਕਿੰਨੇ ਕਹਿੰਦੇ ਸਿੱਖ ਬੜੇ ਗਿਣਤੀ ਦੇ ਹੀ ਰਹਿ ਗਏ, ਉਂਗਲਾਂ ਤੇ ਹੀ ਗਿਣੇ ਜਾ ਸਕਦੇ ਨੇ। ਜਿਹੜੇ ਰਹਿ ਗਏ ਉਹ ਵੀ ਕਹਿੰਦੇ ਉੱਥੋਂ ਤਿਆਰੀਆਂ ਨੇ ਕਹਿੰਦੇ ਕਿ ਹਿਜਰਤ ਦੀਆਂ। ਬਿਲਕੁਲ ਜੀ, 250 ਦੇ ਕਰੀਬ ਜਿਹੜੇ ਸਿੱਖ ਉੱਥੇ ਰਹਿ ਗਏ ਨੇ। 1970 ਦੇ ਵਿੱਚ ਇਹਨਾਂ ਦੀ 5 ਲੱਖ ਆਬਾਦੀ ਸੀ, ਜਿਹੜੀ ਕੁੱਲ ਆਬਾਦੀ ਦਾ 4.6% ਹਿੱਸਾ ਸੀਗਾ ਜੀ। ਜਦੋਂ 1979 ਦੇ ਵਿੱਚ ਜਿਹੜੀ ਆਈ ਆ ਸੋਵੀਅਤ ਯੂਨੀਅਨ ਦੀ ਫੌਜ ਆਈ ਆ ਤੇ ਮਾਰਧਾੜ ਸ਼ੁਰੂ ਹੋਈ ਆ, ਉਦੋਂ ਤੋਂ ਫਿਰ ਥੋੜਾ ਥੋੜਾ ਉੱਥੇ ਸਿੱਖਾਂ ਦੀ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਹ ਹਿਜਰਤ ਸ਼ੁਰੂ ਹੋਈ ਆ ਜੀ। ਹੁਣ ਸ਼ੁਰੂ ਹੁੰਦੀ ਕਰ ਕਰਕੇ ਵੇਖੋ ਤੁਸੀਂ ਕਿੰਨੀ ਰਹਿ ਗਈ। 2019 ਦੇ ਵਿੱਚ ਇਹਨਾਂ ਦੀ ਗਿਣਤੀ 1000 ਰਹਿ ਗਈ ਸੀ ਤੇ 2020 ਦੇ ਵਿੱਚ 700 ਰਹਿ ਗਈ ਸੀ। ਹੁਣ ਸਿਰਫ 250 ਸਿੱਖ ਰਹਿ ਗਏ ਨੇ। ਉਹ ਵੀ ਕਹਿੰਦੇ ਵੀ ਜੋ ਉੱਥੋਂ ਦੇ ਹਾਲਾਤ ਨੇ, ਇਹ ਜਿਹੜੇ ਆ ਉੱਥੋਂ ਦੇ ਕਾਬਲ, ਕੰਧਾਰ, ਗਜਨੀ ਤੇ ਜਲਾਲਾਬਾਦ ਸ਼ਹਿਰਾਂ 'ਚ ਰਹਿ ਰਹੇ ਨੇ। ਬੇਸਿਕਲੀ ਵਪਾਰੀ ਲੋਕ ਨੇ ਜੀ। ਦਾਨੇ ਵਾਲੀਆ ਸਾਹਿਬ, ਇਹ ਸਿੱਖਾਂ ਦੇ ਇੰਨਾ ਵੱਡੇ ਕਾਰੋਬਾਰ ਸੀ ਵੀ ਕਈ ਅਮੀਰ ਲੋਕ ਇਹਨਾਂ ਦੇ ਕੋਲੇ ਆਪਣੇ ਘਰ ਦਾ ਸਮਾਨ ਰੱਖ ਜਾਂਦੇ ਵੀ ਇੱਥੇ ਸੇਫ ਰਹੂਗਾ। ਅੱਜ ਉਹ ਸਿੱਖ ਸੇਫ ਨਹੀਂ ਹੈਗੇ। ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਬੁੱਧ ਦੀਆਂ ਮੂਰਤੀਆਂ ਲੱਗੇ ਸੀ, ਬੁੱਧ ਨੂੰ ਮੰਨਣ ਵਾਲੇ ਲੋਕ ਵੱਡੀ ਗਿਣਤੀ 'ਚ ਰਹਿੰਦੇ ਸੀ ਉੱਥੇ। ਬੁੱਧ ਦੀ ਮੂਰਤੀ ਤੁਹਾਨੂੰ ਪਤਾ ਸ਼ਾਂਤੀ ਦਾ ਪ੍ਰਤੀਕ ਹੈ ਜੀ। ਤੇ ਤਾਲਿਬਾਨੀਆਂ ਨੇ ਉਹ ਉਦਾਂ ਨਹੀਂ ਸੀ ਤੋੜੀ, ਬੰਬ ਮਾਰ ਕੇ ਤੋੜੀ ਸੀ। ਉਹਨੇ ਕਿਹਾ ਤੂੰ ਸ਼ਾਂਤੀ ਦਾ ਪ੍ਰਤੀਕ ਹੈ, ਅਸੀਂ ਜੰਗ ਦੇ ਪ੍ਰਤੀਕ। ਹੁਣ ਜਿਹੜੇ 250 ਸਿੱਖ ਰਹਿ ਗਏ ਨੇ, ਉਹਨਾਂ ਨੂੰ ਵੀ ਕਹਿੰਦਾ ਭਾਈ ਸਾਡਾ ਬੰਦੋਬਸਤ ਕਰੋ, ਲੇਕਿਨ ਉੱਥੇ ਗੁਰਦੁਆਰੇ ਜਿਹੜੇ ਸਾਡੇ ਹੈਗੇ ਨੇ, ਕਾਫੀ ਗੁਰਦੁਆਰੇ ਹੈਗੇ ਨੇ ਜੀ, ਉਹਨਾਂ ਦੀ ਸੇਵਾ ਸੰਭਾਲ ਤਾਂ ਕਿਉਂ ਨਹੀਂ ਫਿਰ ਬੰਦ ਕਰ ਦਿੱਤੇ ਜਾਣਗੇ, ਜਾਂ ਫਿਰ ਉਹਨਾਂ ਦੇ ਰਹਿਮੋ ਕਰਮ ਤੇ ਰਹਿਣਗੇ ਵੀ ਕੀ ਕਰਨਾ ਨਹੀਂ ਕਰਨਾ। ਇੰਡੀਆ ਗੌਰਮੈਂਟ ਨੂੰ ਚਾਹੀਦਾ ਵੀ ਉੱਥੋਂ ਦੀ ਗੌਰਮੈਂਟ ਦਾ ਰਾਬਤਾ ਕਾਇਮ ਕਰਕੇ ਉਹਨਾਂ ਦੀ ਸੇਵਾ ਸੰਭਾਲ ਦੀ ਗੱਲ ਕਰੇ ਜੀ। ਕਿਉਂ ਪਾਕਿਸਤਾਨ ਦੇ ਵਿੱਚ ਅਕਾਬ ਬੋਰਡ ਆ ਜਿਹੜੀ ਇਹਨਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦੀ ਹੈ। ਨੇਪਾਲ ਦੇ ਵਿੱਚ ਇੱਕ ਗੁੱਥੀ ਨਾਂ ਦੀ ਸੰਸਥਾ ਇੱਕ ਹੈਗੀ ਆ ਜੀ, ਉਹ ਇੱਥੇ ਸੇਵਾ ਸੰਭਾਲ ਸਾਡੇ ਗੁਰਦੁਆਰੇ ਦੀ ਕਰਦੀ। ਉਹ ਬਕਾਇਦਾ ਤੌਰ ਤੇ ਉੱਥੇ ਪੁਜਾਰੀ ਰੱਖਦੇ ਨੇ, ਉਹਨਾਂ ਨੂੰ ਬਕਾਇਦਾ ਤੌਰ ਤਨਖਾਹ ਸਰਕਾਰੀ ਫੰਡ ਤੋਂ ਦਿੰਦੇ ਨੇ ਉਹ। ਅੱਛਾ ਜੀ। ਉਹਨੇ ਸੇਵਾ ਸੰਭਾਲ ਕਰਦੇ ਨੇ। ਇਸੇ ਤਰ੍ਹਾਂ ਦੀ ਕੋਈ ਨਾ ਕੋਈ ਸੰਸਥਾ ਉੱਥੇ ਬਣਨੀ ਚਾਹੀਦੀ ਆ ਕਿ ਤਾਲਿਬਾਨ ਜਿਹੜਿਆ ਹੁਣ ਰਸ਼ੀਆ ਕੋਲ ਵੀ ਜਾਏ ਵੀ ਭਾਈ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਅਸੀਂ ਜ਼ਿੰਦਗੀ ਹੁਣ ਸ਼ਾਂਤਮਈ ਤਰੀਕੇ ਨਾਲ ਜੀਣਾ ਚਾਹੁੰਦੇ ਹਾਂ ਜੀ। ਜੇ ਸ਼ਾਂਤਮਈ ਤਰੀਕੇ ਨਾਲ ਉੱਥੇ ਜ਼ਿੰਦਗੀ ਜਿਉਣਗੇ, ਉੱਥੇ ਸ਼ਾਂਤੀ ਸਥਾਪਿਤ ਕਰਨਗੇ ਤੇ ਚਾਹੋ ਤਾਂ ਕੁਛ ਬਾਜੂਗਾ ਅਫਗਾਨਿਸਤਾਨ ਦਾ। ਜੇ ਨਾ ਉਹਨਾਂ ਪਹਿਲਾਂ ਵਾਲੀ ਗੱਲ ਰੱਖੀ ਤੇ ਫਿਰ ਅਫਗਾਨਿਸਤਾਨ ਨੂੰ ਬਰਬਾਦ ਕਰਨ ਦੀ ਲੋੜ ਨਹੀਂ, ਇਹ ਆਪਸ ਵਿੱਚ ਲੜ ਕੇ ਮਰ ਜਾਣਗੇ ਜੀ ਜੀ। ਚਲੋ ਦੇਖਦੇ ਹਾਂ ਜੀ, ਪ੍ਰਮਾਤਮਾ ਭਲੀ ਕਰੇ ਅੱਗੇ ਕੀ ਹੁੰਦਾ। ਤੇ ਸਰਬ ਪਾਰਟੀ ਮੀਟਿੰਗ ਹੋਈ ਹੈ ਜੀ, ਤੇ ਉਹਦੇ 'ਚ ਕੀ ਬਣਿਆ ਜੀ? ਇਹਦੇ ਵਿੱਚ ਵੇਖੋ, ਸਰਦਾਰ ਸਾਡੇ ਸੁਖਬੀਰ ਸਿੰਘ ਬਾਦਲ ਹੋਰਾਂ ਪਹਿਲਾਂ ਕਹਿ ਦਿੱਤਾ ਸੀ ਵੀ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਇਸ ਪਾਰਟੀ ਨਹੀਂ, ਇਹਦੇ 'ਚ ਭਾਗ ਨਹੀਂ ਲਵਾਂਗੇ ਮੀਟਿੰਗ ਦੇ ਵਿੱਚ ਜੀ।
ਉਹਨਾਂ ਬਕਾਇਦਾ ਤੌਰ ਤੇ ਭਾਗ ਨਹੀਂ ਲਿਆ। ਲੇਕਿਨ ਇਹ ਵਿੱਚ ਤ੍ਰਿਣਮੂਲ ਕਾਂਗਰਸ ਨੇ, ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਪਵਾਰ ਵਾਲੀ ਆ ਉਹ ਆ, TRS ਨੇ, ਇਹਨਾਂ ਪਾਰਟੀਆਂ ਨੇ ਹਿੱਸਾ ਲਿਆ ਉਹਦੇ ਵਿੱਚ ਜੀ। ਇਹਦੇ ਵਿੱਚ ਰਾਜਨਾਥ ਸਿੰਘ ਜੀ, ਅਮਿਤ ਸ਼ਾਹ ਗ੍ਰਹਿ ਮੰਤਰੀ ਜੀ, ਪਿਊਸ਼ ਗੋਇਲ, ਮੁਖਤਾਰ ਅਬਾਸ, ਇਹ ਸਾਰੇ ਉੱਤੇ ਹਾਜ਼ਰ ਸਨ ਜੀ। ਲੇਕਿਨ ਜਿਹੜੀ ਆਪਣੀ ਕਾਂਗਰਸ ਪਾਰਟੀ ਆ ਉਹਨੇ ਕਿਹਾ ਜੀ ਵੇਖੋ ਅਸੀਂ ਇਸ ਕਰਕੇ ਨਹੀਂ ਹਾਜ਼ਰ, ਪਹਿਲਾਂ ਕਿਹਾ ਵੀ ਤੇ ਰਿਪੋਰਟਸ ਰੋਡ ਸਬਮਿਟ ਤੁਸੀਂ ਗੱਲ ਕਰਤੇ ਕਰਨੀ ਚਾਹੁੰਦੇ। ਕਿਉਂ ਪੰਜਾਬ ਦੇ ਵਿੱਚ ਇੱਕ ਰਿਪੋਰਟ ਆਈ ਆ ਕਿ 7 ਸੂਬਿਆਂ ਦੇ ਵਿੱਚ ਕਰੋਨਾ ਨਾਲ 34 ਲੱਖ ਲੋਕ ਮਰੇ, ਤਾਂ ਤੁਸੀਂ ਕਹਿੰਦੇ ਟੋਟਲ ਹਿੰਦੁਸਤਾਨ 3,25,000 ਮਰੇ। ਇਹ ਰਿਪੋਰਟ ਰੱਖੋ ਜੀ। ਉਹਦੇ ਵਿੱਚ ਖੱਬੀਆਂ ਧਿਰਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹਨਾਂ ਨੇ ਕਿਹਾ ਸੀ ਜਿੰਨਾ ਚਿਰ ਕਿਸਾਨੀ ਮੰਗਾਂ ਦੇ ਉੱਤੇ ਤੁਸੀਂ ਕੋਈ ਗੌਰ ਨਹੀਂ ਫਰਮਾਉਂਦੇ ਅਸੀਂ ਕਿਸੇ ਸਰਕਾਰੀ ਮੀਟਿੰਗ 'ਚ ਭਾਗ ਨਹੀਂ ਲਵਾਂਗੇ ਜੀ। ਇਸ ਕਰਕੇ ਇਹਨਾਂ ਬਾਈਕਾਟ ਕੀਤਾ ਸੀ। ਤੇ ਚਲੋ ਉਹਨਾਂ ਨੇ ਆਪਣੀ ਗੱਲ ਕੀਤੀ, ਚੰਗੀ ਗੱਲ ਆ ਵੀ ਦੇਖੋ ਪਹਿਲਾਂ ਤਾਂ ਉਹ ਗੱਲ ਕਰੋ ਜਿਹੜੇ ਵਿਚਾਰੇ ਰੁਲਦੇ ਨੇ ਸੜਕਾਂ ਦੇ ਉੱਤੇ, ਉਹਨਾਂ ਦੀ ਤਾਂ ਕਰੋ ਬਿਲਕੁਲ। ਉਹਦੇ 'ਚ ਤੁਸੀਂ ਗੱਲ ਨਹੀਂ ਸੁਣਦੇ, ਤੁਸੀਂ ਕਹਿੰਦੇ ਅਸੀਂ ਮੀਟਿੰਗ ਕਰਨੀ ਤਿਆਰ ਆ ਜੀ, ਨਾ ਡੇਟ ਨਾ ਸਥਾਨ ਤੁਸੀਂ ਦੱਸਦੇ ਕੋਈ ਨਹੀਂ। ਫਿਰ ਨਾਲ ਹੀ ਬਿਆਨ ਦੇ ਦਿੰਦੇ ਵੀ ਉਹ ਕਾਨੂੰਨਾਂ ਨੂੰ ਰੱਦ ਨੂੰ ਛੱਡ ਕੇ ਬਾਕੀ ਗੱਲ ਕਰੋ, ਤੇ ਬਾਕੀ ਉਹ ਕਿਹੜਾ ਤੁਹਾਡੇ ਨਾਲ ਜੋਟੇ ਮਾਰਨ ਬੈਠੇ, ਉਹ ਤੇ ਕਾਨੂੰਨ ਰੱਦ ਕਰਾਉਣਾ ਬੈਠੇ ਉੱਥੇ ਜੀ। ਤੇ ਬਲਦੇਵ ਸਿੰਘ ਸਿਰਸਾ ਦੇ ਵਿੱਚ ਹੀ ਭੁੱਖ ਹੜਤਾਲ ਤੇ ਬੈਠੇ ਨੇ, ਕੀ ਆ ਮਸਲਾ? ਉਹ ਸਿਰਸੇ ਦੇ ਵਿੱਚ ਜਿਹੜੀ ਗੜਬੜ ਹੋਈ ਸੀ ਜੀ ਪਿੱਛੇ, ਜੇ ਤੁਹਾਨੂੰ ਪਤਾ ਉਹਦੇ ਵਿੱਚ ਕੁਝ ਬੰਦਿਆਂ ਤੇ ਪਰਚੇ ਕੀਤੇ ਸੀ। ਪਰਚੇ ਜਵਾਬਾਂ 'ਚ ਕੀਤੇ ਸੀ, NS 'ਚ ਕੀਤੇ ਸੀਗੇ ਜੀ, ਜਿਹਦੇ ਉੱਤੇ ਸੁਪਰੀਮ ਕੋਰਟ ਨੇ ਕਿਹੜਾ ਨੋਟਿਸ ਲਿਆ ਵਾ। ਸਾਡੇ ਜਿਹੜੇ ਚੀਫ ਜਸਟਿਸ ਸੀ ਉਹਨਾਂ ਇੱਕ ਸਮਾਗਮ 'ਚ ਬੋਲਦਾ ਕਿ ਨਹੀਂ ਗਲਤ ਕਰ ਰਹੇ ਤੁਸੀਂ ਇਹਨਾਂ ਲੋਕਾਂ ਦੇ ਪਰਚੇ ਨਹੀਂ ਹੋ ਸਕਦੇ ਜੀ। ਲੇਕਿਨ ਅਨੇਕ ਜਿਹੜੇ ਉੱਥੋਂ ਦੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੰਤਰੀ ਨੇ ਉਹ ਇਹ ਗੱਲ ਕਹਿ ਰਹੇ ਨੇ ਜੀ ਵੇਖੋ ਜੀ ਇਹ ਤੇ ਅਸੀਂ ਜਿਹੜੀ ਕਾਨੂੰਨ ਮੁਤਾਬਕ ਪਰਚੇ ਕੀਤੇ ਆ ਜੀ। ਹੁਣ ਕਿਸਾਨ ਕਹਿੰਦੇ ਉਹ ਪਰਚੇ ਰੱਦ ਕਰੋ ਤੇ ਸਾਡੇ ਤੁਸੀਂ ਬੰਦੇ ਰਿਹਾ ਕਰੋ, ਲੇਕਿਨ ਸਰਕਾਰ ਇਹ ਕੰਮ ਕਰਨ ਲਈ ਤਿਆਰ ਨਹੀਂ ਜੀ, ਜਿਹਦੇ ਕਰਕੇ ਉੱਥੇ ਹੁਣ ਗੜਬੜ ਕਾਫੀ ਹੋਈ। ਤੇ ਬਲਦੇਵ ਸਿੰਘ ਸਿਰਸਾ ਅੱਜ 4 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਤੇ ਕੱਲ ਡਾਕਟਰਾਂ ਬਕਾਇਦਾ ਚੈੱਕ ਕੀਤਾ ਸੀ, ਨਬਜ਼ ਨੂੰ ਠੀਕ ਚੱਲਦੀ, ਲੇਕਿਨ ਥੋੜੀ ਜਿਹੀ ਮੱਧਮ ਹੋਈ ਸੀ ਜੀ। ਜੇ ਕਿਤੇ ਇਹੋ ਜਿਹੀ ਕੋਈ ਘਟਨਾ ਵਾਪਰ ਗਈ ਬਲਦੇਵ ਸਿੰਘ ਸਿਰਸੇ ਨਾਲ ਤੇ ਉਹ ਸਰਕਾਰ ਦੇ ਉੱਤੇ ਇੱਕ ਹੱਤਿਆ ਹੋਰ ਪੈ ਜਾਏਗੀ, ਮੁੜ ਕੇ ਦੇਣੀ ਲੜੀ ਪੈ ਜਾਣਗੀਆਂ। ਸਰਕਾਰ ਚਿੰਤਤ ਆ, ਪੁਲਿਸ ਵਾਲਿਆਂ ਨੇ ਮੀਟਿੰਗਾਂ ਵੀ ਲਗਾਈਆਂ, ਲੇਕਿਨ ਅਜੇ ਕਿਸੇ ਤਲ ਪੱਤਣ ਨਹੀਂ ਲੱਗੀ। ਉਮੀਦ ਆ ਵੀ ਇੱਕ ਦਿਨ ਤੱਕ ਤਲ ਪੱਤਣ ਲੱਗ ਜਾਏਗੀ ਜੀ ਜੀ। ਸੋ ਬਾਕੀ ਕੁਝ ਖਾਸ ਜੀ ਹੋਰ? ਬਾਕੀ ਕੁਝ ਖਾਸ ਸੂਤਰਾਂ ਤੋਂ ਪਤਾ ਲੱਗਾ ਸੀ ਕੁਝ ਵੀ ਜਿਹੜੀ ਕੱਲ ਇਹਨਾਂ ਦੇ 200 ਵਿਅਕਤੀ ਜਾਣੇ ਨੇ, 200 ਕਿਸਾਨ ਜਾਣੇ ਨੇ ਧਰਨਾ ਦੇਣ ਵਾਸਤੇ ਉੱਥੇ ਸੰਸਦ ਦੇ ਬਾਹਰ, ਬਕਾਇਦਾ ਸੰਸਦ ਲਾਉਣੀ ਆ, ਉਹਦੇ ਵਿੱਚ ਇਹਨਾਂ ਦਾ ਫੈਸਲਾ ਹੋ ਗਿਆ। ਇਹ ਮਤਲਬ ਅਪੁਸ਼ਟ ਖਬਰ ਹੈ, ਪੁਸ਼ਟ ਨਹੀਂ, WhatsApp ਦੀ ਖਬਰ ਹੈ, ਪਤਾ ਨਹੀਂ ਸੱਚੀ ਨਹੀਂ। ਜੋ ਸਵੇਰ ਤੱਕ ਇਨਫੋਰਮੇਸ਼ਨ ਸੀ ਵੀ ਪੁਲਿਸ ਨੇ ਕੋਰਾ ਇਨਕਾਰ ਕਰਤਾ ਵੀ ਬਿਲਕੁਲ ਨਹੀਂ ਜਾਣ ਦੇਣਾ ਸੀ। 200 ਕਿਸਾਨਾਂ ਦੇ ਗੱਲ ਦੇ ਵਿੱਚ ਬਕਾਇਦਾ ਤੌਰ ਤੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਉਹ ਪਏ ਹੋਣਗੇ, ਆਪਣੇ ਆਈ ਕਾਰਡ ਪਏ ਹੋਣਗੇ, ਉਹੀ ਬੰਦੇ ਜਾਣਗੇ ਉੱਥੇ। ਹੁਣ ਸੰਯੁਕਤ ਇਸ ਮੋਰਚੇ 'ਚ ਭਾਗ ਲੈਣ ਵਾਸਤੇ ਜਿਹੜੀ ਜੀ ਤਾਮਿਲਨਾਡੂ ਤੋਂ, ਕਰਨਾਟਕਾ ਤੋਂ, ਕੇਰਲਾ ਤੋਂ, ਸਾਊਥ ਤੋਂ ਕਾਫੀ ਕਿਸਾਨ ਪੁੱਜ ਗਏ ਨੇ ਜੀ, ਜਿਹੜੇ ਕਹਿੰਦੇ ਅਸੀਂ ਜਾਣਾ। ਤੇ ਉਹ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਵੀ ਜਿਹੜੇ ਗਾਂਹ ਜਥੇ ਜਾਣਗੇ ਉਹਦੇ 'ਚ ਅਸੀਂ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨ ਘਟਾ ਦਿਆਂਗੇ, ਤੇ ਜਿਹੜੇ ਸਾਊਥ ਵਾਲੇ ਉਹਨਾਂ ਨੂੰ ਮੌਕਾ ਦਿਆਂਗੇ ਜਾਣ ਦਾ। ਉੱਥੇ ਬਕਾਇਦਾ ਤੌਰ ਤੇ ਜਿੱਦਾਂ ਸੰਸਦ ਚੱਲਦੀ, ਉਸੇ ਸੰਸਦ ਬਕਾਇਦਾ ਤੌਰ ਤੇ ਕੁਰਸੀਆਂ ਲੱਗੀਆਂ ਹੋਣਗੀਆਂ, ਉਸੇ ਤਰ੍ਹਾਂ ਸਪੀਕਰ ਹੋਏਗਾ, ਉਸੇ ਤਰ੍ਹਾਂ ਬੋਲਣ ਦੀ ਸਾਰੇ ਸਪੀਚਾਂ ਕਰਨਗੇ ਪੈਦਾ ਜੀ ਜੀ। ਸਵੇਰੇ 10 ਵਜੇ ਤੋਂ ਲੈ ਕੇ ਤੇ ਸ਼ਾਮੀ 5 ਵਜੇ ਵਾਪਸ ਆਉਣਗੇ। ਲੇਕਿਨ ਇਹ ਪਤਾ ਲੱਗਾ ਵੀ ਇਹਨਾਂ ਨੇ ਕਹਿ ਦਿੱਤਾ ਪੁਲਿਸ ਵਾਲਿਆਂ ਵੀ ਅਸੀਂ ਆਪਣੀਆਂ 2 ਗੱਡੀਆਂ ਤੁਹਾਡੇ ਬੰਦੇ ਭਰ ਕੇ ਲੈ ਕੇ ਜਾਵਾਂਗੇ ਜੀ। ਜਾ ਕੇ ਬੰਦੇ ਜੰਤਰ ਮੰਤਰ ਰੋਡ ਤੇ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਉਹ ਕਰ ਲਓ, ਸ਼ਾਂਤਮਈ ਪ੍ਰੋਟੈਸਟ ਕਰੋ ਤੇ ਸ਼ਾਮ ਨੂੰ ਛੱਡ ਕੇ ਅਸੀਂ ਜਾਵਾਂਗੇ। ਜੇ ਇਹ ਗੱਲ ਹੋ ਗਈ ਤੇ ਚੰਗੀ ਗੱਲ, ਟਕਰਾਓ 'ਚ ਨਹੀਂ ਪੈਣਾ ਚਾਹੀਦਾ। ਲੇਕਿਨ ਹਾਲ ਦੀ ਕੜੀ ਕਿਸਾਨ ਮੋਰਚੇ ਨੇ ਦੀ ਪੁਸ਼ਟੀ ਨਹੀਂ ਕੀਤੀ ਜੀ ਜੀ। ਸੋ ਬਿਲਕੁਲ ਜੀ, ਮੀਡੀਆ ਰਿਪੋਰਟਸ ਜਿਹੜੇ ਉੱਥੇ ਮੁੰਡੇ ਕੰਮ ਕਰਦੇ ਨੇ ਵੈਬ ਚੈਨਲਸ ਦੇ, ਉਹਨਾਂ ਵੱਲੋਂ ਜਿਹੜੀਆਂ ਕਿਸੇ ਗਰੁੱਪ ਦੇ ਵਿੱਚ ਤਮਾਮ ਚੀਜ਼ਾਂ ਪਾਈਆਂ ਗਈਆਂ ਕਿ ਸਵੇਰੇ 7 ਵਜੇ ਅਰਦਾਸ ਕਰਕੇ ਜਿਹੜਾ ਵੀ ਉੱਥੋਂ ਰਵਾਨਗੀ ਕਰਨਗੇ। ਪੁਲਿਸ ਦੇ ਉਸੇ ਤਰ੍ਹਾਂ ਹੀ ਜਾਣਗੇ ਜਿਵੇਂ ਪੁਲਿਸ ਪਹਿਲਾਂ ਮੀਟਿੰਗਸ ਦੇ ਵਿੱਚ ਲੈ ਕੇ ਜਾਂਦੀ ਰਹੀ ਹੈ, ਵੀ ਪੁਲਿਸ ਦੀ ਗੱਡੀ 'ਚ ਜਾਣਗੇ, ਬੱਸ 'ਚ ਜਾਣਗੇ, ਇੰਡੀਪੈਂਡੈਂਟਲੀ ਨਹੀਂ ਜਾਣਗੇ, ਸਾਰਾ ਕੁਛ ਉਹ ਗੱਲਾਂ ਕੀਤੀਆਂ ਗਈਆਂ ਨੇ ਜੀ। 9 ਵਜੇ ਉਹਨਾਂ ਕਿਹਾ ਜੀ 9 ਵਜੇ ਤੁਰਨਗੇ ਸਾਡੇ ਬੰਦੇ ਇੱਥੋਂ, ਲੇਕਿਨ ਪੁਲਿਸ ਥੋੜਾ ਲੇਟ ਕਰੇਗੀ ਇਹਨਾਂ ਜੀ ਜੀ, ਕਿਉਂਕਿ ਉਹਨਾਂ ਨੂੰ ਆਇਆ ਨਾ ਜਿੰਨਾ ਸਮਾਂ ਬਾਹਰ ਬਤੀਤ ਹੋ ਜੇ ਤੇ ਉਨਾ ਹੀ ਜਿਹੜਾ ਹੈ। ਹਾਂ ਤੇ
ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਜੀ। ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਹੋ। ਬਾਕੀ ਜਿਹੜੇ ਵੀਰ ਇਸ ਵਕਤ ਮੈਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਦੇ ਉੱਤੇ ਵੀ ਪ੍ਰੋਗਰਾਮ ਜਿਹੜੇ ਹੈ ਲਗਾਤਾਰ ਸੁਣ ਸਕਦੇ ਹੋ।